ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਦਰ ਤੇ ਹਾਜ਼ਰ ਗੁਰੂ ਸਵਾਰੇ ਖਾਲਸਾ ਜੀ, ਆਪ ਜੀ ਵਡਭਾਗੇ ਹੋ ਜੋ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਤਿਗੁਰੂ जिस डिठै सब दुख जाए, इन्हां अजमतां वडियाइयां दे मालिक गुरु हरकृष्ण साहब महाराज जी दे पवित्र चरण छोह प्राप्त इतिहासक अस्थान गुरुद्वारा बंगला साहब जी की यात्रा करदे हां। जुगो जुग अटल छतर चवर तखत दे मालिक धन धन श्री गुरु ग्रंथ साहिब पातशाह महाराज जी दे हजूर मनुखा जीवन दीयां घड़ियां नूं सफला कर रहे हो। सतगुरु सारियां दी यात्रा सफल करन। हुण समा है गुरु दरबार दे निजम अनुसार गुरु इतिहास दी चल रही लड़ीवार कथा दा अपनियां मन बिरतियां इकागर करो, रसना पवित्र कर दे एक बार, सारे उच्चारण करो जी सतनाम वाहिगुरु जी। ये इतिहास पहले पातशाह जहर पीर जगत गुरु कल तारण आए श्री गुरु नानक देव महाराज जी का है। प्रसंग है सतगुरु जी का सुमेर पर्वत ते जाना। जदों सतगुरु हिमालिया ते गए सी तां जोगियां दा गुरु गोरख खुद आप आके मिलिया सी। शायद उन्होंने लगदा सी कि ये कोई मदारियां वाली खेड़ है कि मैं कहांगा ते गल पूरी हो जाएगी, पर इंज होया नहीं सी। जदों उसनों अपनी हार महसूस हुई, बैठा बैठा अलोप हो गया, हवा दे वेग समेर पर्वत ते जा चढ़िया। उत्थे जिथे सिद्ध अपने आसन ला के बैठे सन उन्होंने प्रेरदा है भी तुसी जाओ। बड़े सारे जोगी आके सतगुरु जी नूं मिले भी ने। उन्हां दे विच जोगी लंगर दा, ईशरनाथ दा, गोपी चंद दा, कईयां दा जिक्र आपां सुन चुके हैं। दर्जना ही जोगी आके सिद्ध आके सतगुरु जी नूं मिले ने, पर निर उत्तर होके शर्मसार होके मुड़े ने। हुण इस जोगियां दे गुरु गोरख ने मंगलनाथ नूं अपने कोल बुलाया। लंगर तुशन होए गयो, बिरतंत समेर पै जाए सुनावा, गोरख ने तब आयस देकर मंगलनाथ समीप बुलावा, कीन बड़ो सन्मान बठाए के आनन ते इव बैन अलावा,
हार के आवत सिद्ध सब है, अब जानो तुम्हार बने ते थावा। मंगलनाथ तुसी जाओ। जिन्ने सिद्ध जोगी मैं भेजे ਹਨ ਉਹ ਹਾਰ ਕੇ ਆਏ ਨੇ। ਉਹਨੇ ਆਪਣਾ ਨਹੀਂ ਦੱਸਿਆ ਵੀ ਹਾਰ ਕੇ ਤੇ ਮੈਂ ਵੀ ਆਇਆ, ਪਰ ਉਹਨੇ ਦੂਜਿਆਂ ਦਾ ਜ਼ਿਕਰ ਜ਼ਰੂਰ ਕੀਤਾ ਹੈ। ਮੰਗਲਨਾਥ ਜੋਗੀ ਨੂੰ ਪ੍ਰੇਰਿਆ, ਸਿੱਧ ਨੂੰ ਪ੍ਰੇਰਿਆ ਕਿ ਤੁਸੀਂ ਜਾਓ, ਔਰ ਇਸ ਵਾਸਤੇ ਉਸ ਦਾ ਸਨਮਾਨ ਵੀ ਕੀਤਾ। ਇੱਥੋਂ ਤੱਕ ਆਪਾਂ ਨੇ ਪਰਸੋਂ ਕਥਾ ਸੁਣੀ ਸੀ। ਕੱਲ ਆਪਾਂ ਬਹੁਤਾ ਇਸ ਲੜੀਵਾਰ ਕਥਾ ਨਾਲ ਨਹੀਂ ਜੁੜ ਸਕੇ। ਲੰਗਰ ਜੋਗੀ ਦੀ ਆਪਾਂ ਕੁਝ ਕਥਾ ਕੱਲ ਸੁਣੀ ਸੀ ਕਿ ਕਿਵੇਂ ਉਹ ਵਾਪਸ ਮੁੜਦਾ ਹੈ। ਅਗਲੀ ਕਥਾ ਆਪ ਜੀ ਬੜੇ ਪਿਆਰ ਦੇ ਨਾਲ ਸਰਵਣ ਕਰੋ। ਹਾਂਜੀ। ਮੰਗਲਨਾਥ ਨੇ ਬੂਝਣ ਕੀਨ, ਪਠੋ ਕੈ ਹੇਤ ਕਦਿਹੁ ਬਤਾਈ। ਮੰਗਲਨਾਥ ਜੋਗੀ ਨੇ ਪੁੱਛਿਆ ਕਿ ਗੁਰੂ ਦੇਵ ਮੈਨੂੰ ਦੱਸ ਦਿਓ ਕਿ ਮੈਂ ਕਾਹਦੇ ਵਾਸਤੇ ਜਾਣਾ ਹੈ। ਉਹਨਾਂ ਦਾ ਰੂਪ ਵੇਖਣ ਜਾਣਾ ਹੈ, ਮੈਂ ਉਹਨਾਂ ਦਾ ਸੁਭਾਅ ਵੇਖਣ ਜਾਣਾ ਹੈ, ਕਿ ਉਹਨਾਂ ਨੂੰ ਉਪਦੇਸ਼ ਦੇਣ ਵਾਸਤੇ ਜਾਣਾ ਹੈ। ਅੱਗੋਂ ਗੁਰੂ ਗੋਰਖ ਨੇ ਕਿਹਾ ਕਿ ਨਹੀਂ, ਜਿਵੇਂ ਤੇਰਾ ਮਨ ਕਰੇ ਤੂੰ ਉਵੇਂ ਕਰ ਲੈਣਾ, ਉਹ ਤੇਰੀ ਮਰਜ਼ੀ ਹੈ। ਮੰਗਲ ਜੋਗੀ ਨੇ ਫਿਰ ਕਿਹਾ ਕਿ ਗੁਰੂ ਗੋਰਖ, ਜਿਹੜਾ ਨਾਨਕ ਤਪਾ ਹੈ ਉਹ ਪੂਰਨ ਹੈ, ਉਹ ਸੱਚਮੁੱਚ ਉਸ ਰੱਬ ਦੀ ਅਭੇਦਤਾ ਦੇ ਲਾਇਕ ਹੈ, ਯੋਗ ਹੈ। ਇਸ ਕਰਕੇ ਇਹੋ ਜਿਹੇ ਪੂਰਨ ਪੁਰਖ ਦੀ, ਨਾਨਕ ਦੀ ਸ਼ਰਨ ਵਿੱਚ ਜਾਣਾ ਹੀ ਬਣਦਾ ਹੈ। ਜੇ ਖੋਜੀਏ ਦੇਖੀਏ ਤਾਂ ਨਾਨਕ ਹੀ ਇੱਕ ਐਸਾ ਨਾਇਕ ਹੈ ਕਿ ਜਿਹੜਾ ਸੰਤਾਂ ਮਹਾਂਪੁਰਖਾਂ ਨੂੰ ਵੀ ਮਾਰਗ ਦਰਸ਼ਨ ਬਖਸ਼ ਸਕਦਾ ਹੈ। ਏਕ ਦੁਬਾਰੇ ਖੋਜ ਪਿਖਾ, ਪੁਨ ਖੋਜਣ ਕੇ ਖੋਜਣ ਰੀਤ ਨਾ ਲਾਇਕ। ਅਗਰ ਕਿਸੇ ਨੂੰ ਇੱਕ ਵਾਰੀ ਪਰਖ ਲਿਆ ਜਾਏ, ਖੋਜ ਲਿਆ ਜਾਏ, ਕੋਖ ਲਿਆ ਜਾਏ, ਉਹਨੂੰ ਦੁਬਾਰਾ ਨਹੀਂ ਕੋਖਣਾ ਚਾਹੀਦਾ। ਦੇਖੋ ਸਾਡੀ ਕੀ ਗਲਤੀ ਹੈ ਕਿ ਅਸੀਂ ਇਹਨੂੰ ਧਰਮ ਦੇ ਘਰ ਵਿੱਚ ਵੀ ਸਮਝ ਲੈਣਾ ਤੇ ਆਪਣੇ ਨਿੱਜ ਦੇ ਘਰ ਵਿੱਚ ਵੀ ਸਮਝ ਲੈਣਾ, ਔਰ ਪਰਖਣ ਦੀ ਕਸਵੱਟੀ ਨੂੰ ਵੀ ਸਮਝ ਲੈਣਾ। ਵੇਖੋ ਜਦੋਂ ਤੁਸੀਂ ਸੁਨਿਆਰੇ ਕੋਲ ਜਾਓਗੇ ਨਾ, ਜਦੋਂ ਤੁਸੀਂ ਉਹਨੂੰ ਕਹੋਗੇ ਵੀ ਮੈਂ ਸੋਨਾ ਵੇਚਣਾ ਹੈ, ਉਹ ਸੋਨੇ ਵੱਲ ਵੀ ਭੈੜਾ ਵੇਖੇਗਾ, ਤੁਹਾਡੇ ਵੱਲ ਉਦੋਂ ਵੀ ਭੈੜਾ ਵੇਖੇਗਾ। ਉਹਨੂੰ ਲੱਗੇਗਾ ਵੀ ਸੋਨਾ ਖੋਟਾ ਹੈ, ਫਿਰ ਉਹਨੂੰ ਲੱਗੇਗਾ ਵੀ ਜਿਹੜਾ ਲੈ ਕੇ ਆਇਆ ਇਹ ਤਾਂ ਉਦੋਂ ਵੀ ਖੋਟਾ ਹੈ। ਫਿਰ ਉਹ ਆਪਣੀ ਕਸਵੱਟੀ ਤੇ ਚੜਾਉਂਦਾ ਹੈ। ਜਦੋਂ ਫਿਰ ਉਹ ਸੋਨੇ ਨੂੰ ਪਰਖ ਲੈਂਦਾ ਹੈ, ਤੁਹਾਨੂੰ ਕੀਮਤ ਦੇ ਦਿੰਦਾ ਹੈ, ਫਿਰ ਉਹਨੂੰ ਪਰਖ ਕੇ ਆਪਣੇ ਖਜ਼ਾਨੇ ਵਿੱਚ, ਤਿਜੋਰੀ ਵਿੱਚ ਰੱਖ ਲੈਂਦਾ ਹੈ। ਤੇ ਜਦੋਂ ਤੁਸੀਂ ਮੁੜ ਕੇ ਉਹਦੇ ਕੋਲੋਂ ਖਰੀਦਣ ਜਾਂਦੇ ਹੋ ਤਾਂ ਫਿਰ ਤੁਹਾਨੂੰ ਕਹਿੰਦਾ ਵੀ ਭੈਣ ਜੀ ਇਹ ਬਿਲਕੁਲ ਧਰਮ ਦੇ ਨਾਲ ਮੈਂ ਤੁਹਾਨੂੰ ਕਹਿ ਰਿਹਾ ਕਿ ਇਹ ਬਿਲਕੁਲ ਸ਼ੁੱਧ ਸੋਨਾ ਹੈ, ਇਹ ਮੇਰੀ ਗਰੰਟੀ ਹੈ। ਉਹ ਘੜੀ ਘੜੀ ਨਹੀਂ ਪਰਖਦਾ। ਤੁਸੀਂ ਬੈਂਕ ਜਾਓ ਨਾ, ਕੈਸ਼ੀਅਰ ਤੁਹਾਡੇ ਸਾਰੇ ਨੋਟ ਪਰਖਦਾ ਹੈ, ਪਰ ਜਦੋਂ ਤੁਹਾਨੂੰ ਦੇਣ ਲੱਗਦਾ ਫਿਰ ਉਹਨੂੰ ਪਰਖਣ ਦੀ ਲੋੜ ਨਹੀਂ ਪੈਂਦੀ। ਫਿਰ ਉਹ ਕਹਿੰਦਾ ਕੋਈ ਨਹੀਂ, ਤੁਸੀਂ ਜੀ ਅੱਖਾਂ ਬੰਦ ਕਰਕੇ ਲੈ ਜਾਓ, ਇਹ ਮੇਰੇ ਗਿਣੇ ਵੀ ਹੋਏ ਨੇ, ਚੈੱਕ ਕੀਤੇ ਹੋਏ ਨੇ। ਇੱਕ ਅਸੀਂ ਆ, ਅਸੀਂ ਹਰ ਰਿਸ਼ਤੇ ਨੂੰ ਰੋਜ਼ ਚੈੱਕ ਕਰਦੇ ਹਾਂ। ਅਸੀਂ
खुद अपने आप ते भी विश्वास नहीं करते। साडे लिए एक गल बनी हुई है, कहते कि अज दे बंदे नूं ये कह दिओ ना भी तेरा जिहड़ा कन्न है वो कुत्ता लै गया, तो कहते इन्हें अपना हाथ कन्न दे कोल नहीं लैके जाना, कुत्ते मगर भज पैना भी शायद लै ही गया होएगा। साडी हालत ये है भी अपने सिर नाल लगे कन्न ते विश्वास नहीं सानू भी इतों पुट्टिया तो है नहीं, लै किवें गया कोई। पर इन्नी मतलब साडी हालत ये है भी जो कोई कहंदा असीं उही सुनी जाने हैं, जो कोई कहंदा उही असीं मन्नी जाने हैं। अपना विवेक साडा कोई नहीं है, अपना विश्वास सिद्ध साडा कोई नहीं है। जिधर नूं कोई भजाई जांदा है उधर नूं भज्जे फिरदे असीं। ये जिहड़ा मंगलनाथ है इन्हें अपने गुरु गोरख नूं कहा कि एक दोबारा खोज पिखा पुन खोजे को खोजन रीत ना लायक। नहीं, परखे होए नूं घड़ी घड़ी परखना गुरु गोरख ठीक नहीं है। हाँ जी। आए अस नाहे उलंग हऊँ तोर, कहू तह जाहि कै ल्याहु हकारी। आयस नाहे उलंघों तोर, मैं तो तुसी गुरु हो, मैं तुहाडा चेला हाँ, ते मैं अपने चेले होने वाला धर्म निभावांगा, मैं तुहाडे हुक्म की अदूली नहीं करांगा। देखो सिख ते गुरु का एक रिश्ता है जिहड़ा भाई लैणे तो बहुत वधिया तरीके नाल सीखण वाला है। जदों गुरु नानक साहब कहंदे ने पुत्र श्री चंद उठो, इस दरखत ते चढ़ो, इस किकर ते चढ़ो, इसनूं हिलाओ, मठियाई डिगेगी, संगत छक लैगी। क्योंकि मीह इन्ना पै गया है, ईंधन बालन गिला हो गया है, ते रसोई लंगर तैयार नहीं हो सकता। तो बाबा श्री चंद कहन लगे पिता जी भी पता नहीं तुहाडी उम्र वड्डी हो गई है, तकरीबन 70 साल दे ते सन उस वेले, भी तुसीं इहो जिहियां गल्लां अजकल बड़ियां ही करदे हो। पिता जी किकरां तो तुक्के डिगदे ने, जिहड़ा किकर नूं फड़ लगदा उहनूं तुक्के कहीदा। मैनूं तां पता भी मेरे अपने इलाके च हुंदियां ही किकरां सी, पैर च वजे कंडे नूं कंडे नाल ही कढ लईदा सी। इन्नी क मुहारत भी सी भी किकर दे कंडा वजना ते किकर दे कंडे नाल ही कंडा कढ लैना, ते जां झग्गे नाल बक्सूआ ला के रखना हर वेले, जिथे कंडा वज गया उत्थे करना की है, क्योंकि तुर नहीं दिंदा, लंबी सूल हुंदी है। सतगुरां ने छोटे पुत्र नूं कहा लक्ष्मी दास पुत्र तू उठ, तू किकर ते चढ़, किकर नूं हिला, मठियाई डिगेगी, संगत छक लेगी। बाबा लक्ष्मी दास ने भी कहा भी पिता जी भराता श्री चंद ने ठीक किया है तुहानूं भी किकर ते चढ़न दा लाभ की होएगा। किकर तो तां तुक्के डिग सकदे ने, मठियाई थोड़ा डिगदी है। हुण सतगुरां ने अपने सिख नूं भाई लैणे नूं कहा कि लैणिया तू किकर ते चढ़, किकर नूं हिला, मठियाई डिगेगी, संगत छक लेगी। भाई लैणा उठ के तुर पिया। जदों भाई लैणा उठ के तुर पिया तो इनू ज्ञानी मान सिंह चौर ने एक शब्द बड़े प्यारे दिते ने। हालांकि कथा ये सारे ग्रंथां विच हैगी है, पर मैनूं उन्हां दे शब्द बड़े भावपूर्त लगदे ने कि तुरे जांदे भाई लैणे नूं मगरों आवाज मारी बाबा श्री चंद ने, आख्या लैणे आ तू बहुता सियाणा है। बहुते सियाणे तो भाव है भी तू साडे तो सियाणा है। भाई लैणा जी की उम्र छोटी सी, बाबा श्री चंद होरां दी, लक्ष्मी दास होरां दी उम्र वड्डी सी, भी तू साडे तो ज्यादा सियाणा है। उत्थे फिर वो कहंदे ने कि भाई लैणा जी खलो गए। खलो के उन्होंने कहा, उन्हें कहा नहीं बाबा जी मैं सियाणा नहीं हाँ,
ਪਰ ਤੁਹਾਡੇ ਤੇ ਮੇਰੇ 'ਚ ਫਰਕ ਹੈ। ਤੁਸੀਂ ਪੁੱਤਰ ਹੋ, ਤੁਸੀਂ ਜਵਾਬ ਦੇ ਸਕਦੇ ਹੋ। ਇੱਕ ਬੱਚਾ ਬਾਪ ਨੂੰ ਜਵਾਬ ਦੇ ਸਕਦਾ ਹੈ, ਇੱਕ ਸਿੱਖ ਗੁਰੂ ਨੂੰ ਜਵਾਬ ਨਹੀਂ ਦੇ ਸਕਦਾ। ਇਹ ਹਮੇਸ਼ਾ ਯਾਦ ਰੱਖਣਾ। ਉਹ ਸਿੱਖ ਹੀ ਨਹੀਂ ਜਿਹੜਾ ਗੁਰੂ ਨੂੰ ਜਵਾਬ ਦੇਵੇ। ਗੁਰਸਿੱਖੀ ਦਾ ਕਰਮ ਇਹ ਗੁਰ ਫਰਮਾਏ ਗੁਰਸਿੱਖ ਕਰਨਾ। ਸਿੱਖ ਦਾ ਪਹਿਲਾ ਕਰਮ ਇਹ ਹੈ ਕਿ ਉਹਨੇ ਆਪਣੇ ਗੁਰੂ ਦੇ ਹੁਕਮ ਨੂੰ ਮੰਨਣਾ ਹੈ। ਮੰਗਲਨਾਥ ਕਹਿਣ ਲੱਗਾ ਜੀ ਮੈਂ ਆਇਸ ਨਾਹੇ ਉਲੰਘੋ ਤੋਰ ਕਹੋ ਤੇ ਜਾਏ ਕੇ ਲਿਆਓ ਹਕਾਰੀ। ਤੇ ਜੇ ਤੁਸੀਂ ਮੈਨੂੰ ਕਹੋ ਤੇ ਮੈਂ ਚਲੇ ਜਾਣਾ। ਇਹ ਤੁਹਾਡਾ ਕਹਿਣਾ ਹੈ ਕਿ ਮੈਂ ਉਹਨਾਂ ਨੂੰ ਬੁਲਾ ਕੇ ਲਿਆਵਾਂ, ਤੁਹਾਡਾ ਹੁਕਮ ਹੈ ਤੇ ਮੈਂ ਚਲੇ ਜਾਣਾ। ਤੁਸੀਂ ਕਹਿ ਰਹੇ ਹੋ, ਮੈਂ ਨਹੀਂ ਕਹਿ ਰਿਹਾ ਕਿ ਮੈਂ ਲੈ ਕੇ ਆਵਾਂਗਾ। ਬਾਕੀ ਜਿੰਨੇ ਗਏ ਸਨ, ਭਾਵੇਂ ਮੰਗਲ ਹੈ, ਗੋਪੀ ਚੰਦ, ਉਹ ਕਹਿੰਦੇ ਜੀ ਮਹਾਰਾਜ ਹੁਣੇ ਲੈ ਕੇ ਆਏ। ਇਹ ਕਿਹੜੀ ਔਖੀ ਗੱਲ ਹੈ। ਪਰ ਮੰਗਲਨਾਥ ਨੇ ਕਿਹਾ ਨਹੀਂ ਜੀ ਇਹ ਤੁਹਾਡਾ ਹੁਕਮ ਹੈ, ਤੁਹਾਡਾ ਹੁਕਮ ਹੈ ਤੇ ਮੈਂ ਜਾਵਾਂਗਾ। ਤੁਸੀਂ ਕਹਿ ਰਹੇ ਹੋ ਕਿ ਮੈਂ ਲੈ ਕੇ ਆਵਾਂ। ਹਾਂਜੀ। ਜਾਂ ਕੇ ਮਿਲੇ ਤੇ ਕਿਰਤਾਰਥ ਹੋਏਗੋ, ਜਾਏ ਪਿਖੋ ਮਨ ਆਲਸ ਟਾਰੀ। ਕਹਿਣ ਲੱਗਾ ਜੀ ਇੱਕ ਗੱਲ ਤੇ ਮੈਨੂੰ ਪਤਾ ਹੈ ਕਿ ਮੈਂ ਇੱਕ ਨਿਮਖ ਮਾਤਰ ਵੀ ਹੋਰ ਸਮੇਂ ਨੂੰ ਟਾਲਣਾ ਨਹੀਂ ਚਾਹੁੰਦਾ, ਖੰਜਾਉਣਾ ਨਹੀਂ ਚਾਹੁੰਦਾ, ਸਮੇਂ ਨੂੰ ਗਵਾਉਣਾ ਨਹੀਂ ਚਾਹੁੰਦਾ। ਅੱਜ ਦੇ ਸ਼ਬਦ ਹੋਣਗੇ ਵੀ ਲੇਟ ਕਰਨਾ ਨਹੀਂ, ਮੈਂ ਨਹੀਂ ਚਾਹੁੰਦਾ। ਕਿਉਂਕਿ ਮੈਨੂੰ ਪਤਾ ਹੈ ਕਿ ਆਇਸ ਤੁਹਾਡੀ ਲੈ ਕੇ ਭਾਵੇਂ ਜਾਵਾਂਗਾ, ਜਾਂ ਕੇ ਮਿਲੇ ਤੇ ਕਿਰਤਾਰਥ ਹੋਏਗੋ। ਮੈਂ ਜਦੋਂ ਉਹਨਾਂ ਨੂੰ ਜਾ ਕੇ ਮਿਲਾਂਗਾ ਤੇ ਮੈਂ ਧੰਨ ਹੋ ਜਾਵਾਂਗਾ। ਜਿਵੇਂ ਆਪਾਂ ਲੋਕਾਂ ਨੂੰ ਕਹਿੰਦੇ ਆ ਨਾ ਵੀ ਤੁਸੀਂ, ਜਿਵੇਂ ਮੈਂ ਹੀ ਇੱਥੇ ਰੋਜ਼ ਬੋਲਦਾ, ਤੁਸੀਂ ਧੰਨ ਹੋ ਜੀ, ਗੁਰੂ ਦੇ ਦਰਸ਼ਨ ਕਰਦੇ ਹੋ। ਤੇ ਜੇ ਤੁਸੀਂ ਆਪਣੇ ਆਪ ਨੂੰ ਕਹੋ ਤੇ ਕੀ ਕਹੋਗੇ? ਇਹੀ ਕਹੋਗੇ ਨਾ ਵੀ ਅੱਜ ਤੇ ਅਸੀਂ ਧੰਨ ਹੋ ਗਏ, ਗੁਰੂ ਸਾਹਿਬ ਦੇ ਗੁਰੂ ਘਰ ਦੇ ਦਰਸ਼ਨ ਹੋ ਗਏ। ਮੰਗਲਨਾਥ ਨੇ ਗੁਰੂ ਗੋਰਖ ਨੂੰ ਕਿਹਾ, ਕਹਿਣ ਲੱਗਾ ਜੀ ਮੈਨੂੰ ਪਤਾ ਹੈ ਕਿ ਜਾ ਕੇ ਮਿਲੇ ਤੇ ਕਿਰਤਾਰਥ ਹੋਏਗੋ, ਜਾਏ ਪਿੱਖੋਂ ਮਨ ਆਲਸ ਟਾਰੀ। ਇਸ ਕਰਕੇ ਮੈਂ ਹੁਣੇ ਜਾਵਾਂਗਾ, ਮੈਂ ਜਾ ਕੇ ਉਹਨਾਂ ਦੇ ਦਰਸ਼ਨ ਕਰਾਂਗਾ। ਉਹਨਾਂ ਦੇ ਦਰਸ਼ਨ ਕਰਨ ਤੋਂ ਮੈਂ ਕਿਰਤਾਰਥ ਹੋਵਾਂਗਾ, ਮੈਂ ਧੰਨ ਹੋਵਾਂਗਾ। ਮੇਰੇ ਧੰਨ ਭਾਗ ਹੋਣਗੇ ਜਦੋਂ ਮੈਨੂੰ ਨਾਨਕ ਤੱਪਾ ਜੀ ਦੇ ਦਰਸ਼ਨ ਹੋਣਗੇ। ਹਾਂਜੀ। ਮੰਗਲਨਾਥ ਜੀ ਆਨੋ ਤਾਂ ਬਿਦ, ਲੈ ਉਪਦੇਸ਼ ਹਮਾਰ ਜੋ ਤਾਰੀ। ਆਖਿਆ ਕਿ ਮੰਗਲਨਾਥ ਜੀ ਆਨੋ ਤਾਂ ਬਿਦ। ਐ ਮੰਗਲਨਾਥ, ਮੈਂ ਜੇ ਤੁਹਾਨੂੰ ਲੈ ਕੇ ਆਉਣ ਲਈ ਕਹਿ ਰਿਹਾ ਤੇ ਮੇਰਾ ਮਕਸਦ ਸਿਰਫ ਇੰਨਾ ਹੀ ਹੈ ਕਿ ਉਹ ਨਾਨਕ ਤੱਪਾ ਜਿਹੜਾ ਹੈ ਉਹ ਸਾਡੇ ਉਪਦੇਸ਼ ਦਾ ਧਾਰਨੀ ਹੋ ਜਾਏ। ਇਹ ਨਾ ਤੁਸੀਂ ਅਗਰ ਇਹਨੂੰ ਇਸ ਤਰ੍ਹਾਂ ਸਮਝੋਗੇ ਬੜੀ ਛੇਤੀ ਗੱਲ ਸਮਝ ਆ ਜਾਏਗੀ। ਜਦੋਂ ਕਿਸੇ ਪਾਰਟੀ ਨੂੰ ਇਹ ਪਤਾ ਲੱਗ ਜਾਏ ਨਾ ਕਿ ਇਹ ਨੇਤਾ ਜਿਹੜਾ ਹੈ ਇਸ ਪਿੰਡ ਦਾ, ਇਸ ਮਹੱਲੇ ਦਾ, ਇਸ ਕਲੋਨੀ ਦਾ, ਇਸ ਸਿਟੀ ਦਾ, ਇਸ ਤਹਿਸੀਲ ਦਾ, ਇਸ ਜ਼ਿਲ੍ਹੇ ਦਾ, ਇਹ ਬਿਲਕੁਲ ਗਰਾਊਂਡ ਲੈਵਲ ਤੇ ਇਹ ਪਬਲਿਕ ਨਾਲ ਜੁੜਿਆ ਹੋਇਆ ਹੈ। ਫਿਰ ਕੀ ਹੁੰਦਾ ਹੈ? ਸਾਰੀਆਂ ਪਾਰਟੀਆਂ ਚਾਹੁੰਦੀਆਂ ਨੇ ਕਿ ਇਹਨੂੰ ਆਪਣੀ ਪਾਰਟੀ ਜੁਆਇਨ ਕਰਾਓ। ਇੰਨੀ ਗੱਲ ਹੈ ਬਸ। ਗੁਰੂ ਗੋਰਖ ਨੂੰ ਸਮਝ ਆ ਗਈ ਵੀ ਨਾਨਕ ਤੱਪਾ ਜੀ ਦੀ ਦੁਨੀਆ 'ਚ ਜੈ ਜੈਕਾਰ ਹੈ। ਤੇ ਭੁਲੇਖਾ ਉਹਨੂੰ ਤਾਂ ਪੈ ਗਿਆ ਵੀ ਉਹਦੀ ਉਮਰ ਸੈਂਕੜੇ ਸਾਲ ਸੀ ਤੇ ਸਤਿਗੁਰੂ ਦੀ ਉਮਰ ਵੱਧ ਤੋਂ ਵੱਧ ਹੋਵੇ ਤੇ 40 ਤੋਂ 45 ਦੇ ਵਿੱਚ ਹੋਏਗੀ, ਵੱਧ ਤੋਂ ਵੱਧ। ਕਿਉਂਕਿ 32-33 ਸਾਲ ਤੋਂ ਬਾਅਦ ਸਤਿਗੁਰੂ ਜੀ ਨੇ ਯਾਤਰਾਵਾਂ ਸ਼ੁਰੂ ਕੀਤੀਆਂ ਨੇ।
ਹੁਣ ਸੈਂਕੜੇ ਸਾਲ ਦੀ ਉਮਰ ਵਾਲੇ ਦੇ ਸਾਹਮਣੇ 40-45 ਸਾਲ ਦਾ ਕੋਈ ਵਿਅਕਤੀ ਖਲੋਤਾ ਹੋਵੇ ਤਾਂ ਇਦਾਂ ਹੀ ਲੱਗੇਗਾ ਉਹ ਤਾਂ ਬੱਚਿਆਂ ਦਾ ਵੀ ਬੱਚਾ ਹੈ। ਗੁਰੂ ਗੋਰਖ ਨੂੰ ਇਹੀ ਭੁਲੇਖਾ ਲੱਗ ਗਿਆ। ਉਹਨੂੰ ਇਹ ਤੇ ਪਤਾ ਸੀ ਵੀ ਗੁਰੂ ਨਾਨਕ ਜਿਹੜੇ ਨੇ ਉਹ ਬੜੇ ਪ੍ਰਬੀਨ ਨੇ, ਬੜੀਆਂ ਸਾਰੀਆਂ ਕਰਾਮਾਤਾਂ ਦੇ ਵਿੱਚ ਉਹ ਨਿਪੁੰਨ ਨੇ। ਉਹਨੂੰ ਇਹ ਵੀ ਪਤਾ ਸੀ ਕਿ ਉਹਨਾਂ ਦੇ ਕੋਲ ਜਿਹੜੀ ਜੋਗੀ ਜਿਸ ਨੂੰ ਆਪਣਾ ਆਧਾਰ ਸਮਝਦੇ ਨੇ, ਚਰਚਾ ਦੇ ਵਿੱਚ ਵੀ ਉਹਨਾਂ ਦੇ ਬਰਾਬਰ ਕੋਈ ਦੁਨੀਆ ਵਿੱਚ ਹੈ ਨਹੀਂ ਹੈ, ਕਿਉਂਕਿ ਅਜੇ ਤੱਕ ਜਿੰਨੇ ਗਏ ਨੇ ਹਾਰ ਕੇ ਹੀ ਆਏ ਨੇ, ਜਿੱਤ ਕੇ ਤਾਂ ਕੋਈ ਆਇਆ ਨਹੀਂ। ਤਾਂ ਉਹਨਾਂ ਦਾ ਸਿਰਫ ਇੱਕ ਨਿੱਕਾ ਜਿਹਾ ਲਾਲਚ ਹੈ, ਉਹ ਸਿਰਫ ਇੰਨਾ ਹੀ ਹੈ ਵੀ ਇਹ ਜੇ ਅਗਰ ਜੋਗੀਆਂ ਦੇ ਮੱਤ ਵਿੱਚ ਆ ਜਾਣ, ਐਸਾ ਜੋਗੀ ਕਲੀਮ ਹੈ ਹਮਰੇ ਪੰਥ ਕਰੇ ਉਜਿਆਲਾ। ਅਗਰ ਇਹ ਨਾਨਕ ਤੱਪਾ ਜੋਗੀ ਬਣ ਜਾਏਗਾ ਤੇ ਜੋਗੀਆਂ ਦੇ ਪੰਥ ਬੜੀ ਉੱਤੇ ਚਲੇ ਜਾਣਗੇ। ਬਸ ਇੰਨਾ ਕੁ ਲਾਲਚ ਹੈ। ਗੁਰੂ ਗੋਰਖ ਨੇ ਫਿਰ ਕਿਹਾ, ਮੰਗਲਨਾਥ ਜੀ ਆਨੋ ਤਾਂ ਬਿਦ ਲੈ ਉਪਦੇਸ਼ ਹਮਾਰ ਜੋ ਧਾਰੀ। ਕਹਿਣ ਲੱਗਾ ਗੁਰੂ ਗੋਰਖ ਵੀ ਲੈ ਕੇ ਤਾਂ ਆਵੀਂ, ਜੇ ਉਹ ਸਾਡਾ ਉਪਦੇਸ਼ ਵੀ ਧਾਰਨ ਕਰੇ, ਉਹ ਨਾ ਹੋਵੇ ਵੀ ਉਹ ਸਾਡਾ ਉਪਦੇਸ਼ ਲਵੇ ਨਾ ਤੇ ਸਿੱਧ ਮੰਡਲੀ ਜਿਹੜੀ ਉਹ ਵੀ ਸਾਰੀ ਵਿਗੜ ਜਾਏ। ਇਹ ਵੀ ਚੇਤਾ ਰੱਖਣਾ। ਇਹ ਗੱਲ ਆਪਣੇ ਆਪ ਦੇ ਵਿੱਚ ਬੜੀ ਵੱਡੀ ਹੈ। ਜਿਹੜਾ ਭਾਈ ਨੰਦ ਲਾਲ ਸਾਹਿਬ ਨੂੰ ਔਰੰਗਜ਼ੇਬ ਦੇ ਬਾਦਸ਼ਾਹ ਦੇ ਪੁੱਤਰ ਬਹਾਦਰ ਸ਼ਾਹ ਦੀ ਮੀਰ ਮੁਨਸ਼ੀ ਦੀ ਨੌਕਰੀ ਛੱਡਣੀ ਪਈ ਸੀ, ਉਹਦਾ ਕਾਰਨ ਸਿਰਫ ਇੱਕੋ ਹੀ ਸੀ ਕਿ ਇੱਕ ਆਇਤ ਦੇ ਅਰਥ ਜਿਹੜੇ ਕਿਸੇ ਨੂੰ ਨਹੀਂ ਸੀ ਆਉਂਦੇ ਉਹ ਭਾਈ ਨੰਦ ਲਾਲ ਨੇ ਕਰ ਦਿੱਤੇ। ਤੇ ਪੁੱਛੇ ਸੀ ਔਰੰਗਜ਼ੇਬ ਨੇ ਆਪਣੇ ਪੁੱਤਰ ਕੋਲੋਂ, ਨੰਦ ਲਾਲ ਤੋਂ ਤਾਂ ਪੁੱਛੇ ਨਹੀਂ ਸੀ। ਆਖਿਆ ਬਹਾਦਰ ਸ਼ਾਹ ਤੂੰ ਦੱਸ। ਉਹਦਾ ਨਾਂ ਸੀ ਸ਼ਹਿਜ਼ਾਦਾ ਮੁਅੱਜ਼ਮ। ਉਹ ਕਹਿਣ ਲੱਗਾ ਪਿਤਾ ਜੀ ਸਮਾਂ ਦੇ ਦਿਓ। ਕਹਿਣ ਲੱਗਾ ਕੋਈ ਨਹੀਂ ਸਮਾਂ ਲੈ ਲਾ। ਹੁਣ ਸ਼ਹਿਜ਼ਾਦੇ ਮੁਅੱਜ਼ਮ ਨੂੰ ਆਪਣੇ ਬਾਪ ਦੇ ਸੁਭਾਅ ਬਾਰੇ ਪਤਾ ਸੀ ਕਿ ਪਿਛਲੇ ਪੈਰ ਫਿਰ ਮੇਰੀ ਬੇਇੱਜ਼ਤੀ ਕਰੇਗਾ। ਉਹਨੇ ਫਿਰ ਕਹਿਣਾ ਵੀ ਦੱਸ ਹੋਏ ਅਰਥ ਕੀ ਨੇ। ਜਦੋਂ ਇਹ ਉਤਰੇ ਹੋਏ ਮਨ ਨਾਲ ਵਾਪਸ ਆਏ ਤੇ ਭਾਈ ਨੰਦ ਲਾਲ ਸਾਹਿਬ ਨੇ ਪੁੱਛ ਲਿਆ ਕਿ ਕੀ ਕਾਰਨ ਜੀ ਤੁਹਾਡਾ, ਤੁਸੀਂ ਉਦਾਸ ਕਿਉਂ? ਬਹਾਦਰ ਸ਼ਾਹ ਨੇ ਦੱਸ ਦਿੱਤਾ ਵੀ ਉਦਾਸੀ ਦਾ ਕਾਰਨ ਇਹ ਵੀ ਪਿਤਾ ਜੀ ਨੇ ਮੇਰੇ ਤੋਂ ਆਇਤ ਦੇ ਅਰਥ ਪੁੱਛੇ ਨੇ, ਅਰਥ ਮੈਨੂੰ ਆਉਂਦੇ ਕੋਈ ਨਹੀਂ, ਤੇ ਸ਼ਾਮ ਨੂੰ ਉਹਨਾਂ ਨੇ ਮੈਨੂੰ ਫਿਰ ਪੁੱਛ ਲੈਣੇ ਨੇ। ਭਾਈ ਨੰਦ ਲਾਲ ਕਹਿਣ ਲੱਗੇ ਜੀ ਦੱਸੋ ਮੈਂ ਕਰ ਦੇਣਾ। ਇਹਨਾਂ ਨੇ ਅਰਥ ਕਰ ਦਿੱਤੇ। ਹੁਣ ਸ਼ਾਮ ਨੂੰ ਬਹਾਦਰ ਸ਼ਾਹ ਪਹੁੰਚ ਗਿਆ ਖੁਸ਼ੀ ਖੁਸ਼ੀ। ਪਿਤਾ ਨੇ ਪੁੱਛਿਆ, ਕਹਿਣ ਲੱਗਾ ਵੀ ਅਰਥ? ਕਹਿਣ ਲੱਗਾ ਜੀ ਲਓ। ਜਦੋਂ ਬਹਾਦਰ ਸ਼ਾਹ ਨੇ ਅਰਥ ਕੀਤੇ ਤੇ ਔਰੰਗਜ਼ੇਬ ਨੇ ਪਤਾ ਕੀ ਕਿਹਾ ਸੀ? ਉਹ ਕਹਿੰਦਾ ਵੀ ਤੂੰ ਕਰਾ ਕੇ ਕਿੱਥੋਂ ਲਿਆਇਆ? ਇਹ ਗੱਲ ਜ਼ਰੂਰ ਚੇਤੇ ਰੱਖਣਾ, ਇੱਕ ਬਾਪ ਨੂੰ ਆਪਣੇ ਬੱਚੇ ਬਾਰੇ ਬਹੁਤੇ ਭੁਲੇਖੇ ਨਹੀਂ ਹੁੰਦੇ। ਇੱਕ ਬੜੀ ਪੁਰਾਣੀ ਕਹਾਵਤ ਹੈ, ਕਹਿੰਦੇ ਜਿਹੜੇ ਘਰ ਦੇ ਜੰਮੇ ਹੋਣ ਉਹਨਾਂ ਦੇ ਦੰਦ ਨਹੀਂ ਗਿਣੀਦੇ। ਪਤਾ ਹੁੰਦਾ ਕਿ ਇੰਨੀ ਉਮਰ ਹੋ ਗਈ ਤੇ ਇੰਨੇ ਦੰਦ ਇਹਦੇ ਹੋ ਗਏ ਹੋਣਗੇ, ਕਿਉਂਕਿ ਜਿਹੜੇ ਸਾਡੇ ਮੂੰਹ 'ਚ ਦੰਦ ਨਿਕਲਦੇ ਨਾ ਇਹ ਏਜ ਵਾਈਜ਼ ਨਿਕਲਦੇ ਨੇ। ਹੁਣ ਜਿਹਨੂੰ ਤੁਹਾਡੀ ਡੇਟ ਆਫ ਬਰਥ ਪਤਾ ਹੋਏਗੀ ਉਹਨੂੰ ਤੁਹਾਡੇ ਮੂੰਹ ਦੇ ਦੰਦ ਵੀ ਪਤਾ ਹੋਣਗੇ ਵੀ ਇੰਨੇ ਨਿਕਲੇ ਨੇ, ਇੰਨੇ ਰਹਿੰਦੇ ਨੇ। ਜਿਹਨੂੰ ਆਪਾਂ ਅਕਲ ਦਾੜ ਕਹਿੰਦੇ ਆ ਉਹ ਤਕਰੀਬਨ 20 ਸਾਲ ਤੋਂ ਬਾਅਦ ਨਿਕਲਦੀ ਹੈ। ਔਰੰਗਜ਼ੇਬ ਨੇ ਕਹਿਤਾ, ਕਹਿੰਦਾ ਵੀ ਤੂੰ ਦੱਸ ਕਰਾ ਕੇ ਕਿਹਦੇ ਕੋਲ ਲਿਆਂਦੇ ਨੇ? ਕਹਿੰਦਾ ਮੇਰਾ ਮੀਰ ਮੁਨਸ਼ੀ ਹੈ। ਕਹਿੰਦਾ ਉਹਦਾ ਨਾਂ ਕੀ ਹੈ? ਕਹਿੰਦਾ ਜੀ ਨੰਦ ਲਾਲ। ਉਹ ਹੋਰ ਖਫਾ ਹੋ ਗਿਆ, ਕਹਿੰਦਾ ਕਾਫਰ ਹੈ, ਹਿੰਦੂ ਹੈ? ਕਹਿਣ ਲੱਗਾ ਹਾਂਜੀ। ਤੇ ਕਹਿਣ ਲੱਗਾ ਤੈਨੂੰ ਸ਼ਰਮ ਨਹੀਂ ਆਉਂਦੀ? ਐਡਾ ਸਿਆਣਾ ਹਿੰਦੂ ਕਿਵੇਂ ਹੋ ਸਕਦਾ ਹੈ?
ਬਣਾਓ ਮੁਸਲਮਾਨ ਨੂੰ। ਵੇਖੋ ਅਸੀਂ ਤਾਂ ਕਿਤੇ ਵੀ ਨਹੀਂ ਤੁਰੇ, ਅਸੀਂ ਤੇ ਪ੍ਰਸ਼ਾਦ ਕਰਾ ਲਿਆ ਤੇ ਫੁੱਲ ਲੈ ਕੇ ਮਹਾਰਾਜ ਦਾ ਪੱਗ 'ਚ ਰੱਖ ਲਿਆ, ਬਸ ਠੀਕ ਹੈ। ਉਹਦਾ ਪੜ੍ਹੀ ਜਾਂਦੇ, ਰਾਜ ਕਰੇਗਾ ਖਾਲਸਾ, ਰਾਜ ਕਰੇਗਾ ਖਾਲਸਾ। ਪੁੱਛੋ ਕਰੇਗਾ ਕਿੱਥੇ? ਜਿੱਥੇ ਜਾ ਕੇ ਇੰਡੀਆ ਗੇਟ ਆਈਸਕ੍ਰੀਮ ਖਾਣਾ ਹੈ ਤਾਂ ਉੱਥੇ ਕਰੇਗਾ ਰਾਜ ਜਾ ਕੇ। कोई किसी को राज ना दे है कि राज लोग थाली च पा के देंदे हुंदे ने किसी नूं भी तुसीं कर लोगे जी। पुछो महाराजा रणजीत सिंह नूं राज किवें लिया सी उन्हें? जिन्ने कोर्स उन्हें कीते उन्ने कोर्स ही करने पैने ने खालसे नूं। एवें नहीं राज मिलता, उन्नी शक्ति उन्होंने इकट्ठी करनी पवेगी। हुण इस कथा दे विच आउंदा है कि मंगल नाथ जी आनो तां बिद, इस तरीके नाल लैके आवी, ले उपदेश भलो, कि जे वो साडा आके उपदेश लवे अधिकारी बने उपदेश का। सारे बंदे ना, जिवें एक अंग्रेजी का बड़ा वधिया शब्द है डिजर्व, कई बारी असीं ना वो चीज़ां लई डिजर्व नहीं करते, मतलब उहदे हकदार नहीं हुंदे, असीं लायक नहीं हुंदे, योग नहीं हुंदे। मिल जांदियां ने, कईयां नूं पदवियां मिल जांदियां ने, कईयां नूं पैसे मिल जांदे ने, पर वो लायक नहीं हुंदे। फिर आपां नूं कहना भी पैंदा भी भांडा छोटा सी, वस्तु ज़्यादा पै गई है। भांडा छोटा सी, माल बहुता पै गया, हुण बेचारा करे की? उहदा अर्थ ये सी भी जे फायदा तां है कि जे वो आके उपदेश लवे तां। हाँ जी। आवे मार्ग सिद्धन के भाव, मह प्रकाश वडो जसकारी। आवे मार्ग सिद्धन के भाव, मैं प्रकाश वडो जसकारी। जे किते सिद्धां दे राह पवे तुर, ते जोगियां दे धर्म दा ते संसार दे विच जय जयकारा हो जाएगा। ये उहदा लालच सी। सियाणे बंदे दा एक डर चेते रखना, आपां कहने ना भी हर मालक चाहुंदा है नौकर सियाणा होवे, पर हर मालक नूं खतरा भी इक्को गल दा ही है भी बहुता सियाणा नौकर हो ना होवे, सानूं ही वेच वट के खा जाए। हुण तुसीं किन्नियां कथा सुणियां, मैं तो रोज सुणदा, जिहड़े लोड़ तो ज्यादा सियाणे नौकर हुंदे ने वो मुड़ के फिर कुछ भी नहीं छड्डदे, सब कुछ लै जांदे ने, वेच वट के वो मालक नूं ही खा जांदे ने। गुरु गोरख नूं ये भी डर सी, इसे करके वो नहीं चाहुंदा कि गुरु नानक साहब समेर पर्बत ते चढ़न। उन्होंने पता सी कि ये जोगी ना बनिया तो मेरे कई जोगी ये सिख बन जाणगे। देखो ये तो नेचर का कानून ला हैगा, ये तो कुदरत का एक नियम है। अगर तुसी 50 बंदियां दे विच बैठ के चर्चा करोगे तो जे तुसी जित जाओगे तो तुहाडी जय जयकार होएगी, पर जे तुसी हार गए तो कई तुहाडे चेले भी उधर नूं खिसक जाणगे, क्योंकि सारी दुनिया चढ़दे नूं पानी दिंदी, लहिंदे नूं तो कोई नहीं दिंदा। सवेरे उठ के लोग सूरज वाले पासे पानी डोलते हैं, कदे पच्छम वाले पासे पानी डोलदा वेख्या तुसी किसे नूं? सब चढ़दे नूं सलामा करदे ने भाई। तो इस कथा दे विच आउंदा है कि गुरु गोरख ने मंगल नूं कहा भी लैके तां आवी जे साडे उपदेश दा अधिकारी होवे, नहीं तो मतलब है उत्थे टाल दवी, गाना लैके आवी। वो इस गल तो भी सुचेत है। हाँ जी। मंगल नाथ कहे पुन बैण को, याओ ना बने जिव चाह तुम्हारी। अगों मंगल नाथ कहन लगा, गुरु गोरख जो तुसी चाहुंदे हो ये नहीं हो सकता, ये संभव नहीं। ना ये संभव है कि मैं नानक जी नूं लै आवां,
ਨਾ ਇਹ ਸੰਭਵ ਹੈ ਵੀ ਉਹ ਤੁਹਾਡੇ ਉਪਦੇਸ਼ ਦਾ ਅਧਿਕਾਰੀ ਹੋਏਗਾ, ਨਾ ਇਹ ਸੰਭਵ ਹੈ ਕਿ ਉਹ ਤੁਹਾਡੇ ਰਸਤੇ ਤੇ ਤੁਰੇਗਾ। ਇਹ ਤਿੰਨੋਂ ਗੱਲਾਂ ਸੰਭਵ ਨਹੀਂ। ਜੋ ਤੁਸੀਂ ਚਾਹੁੰਦੇ ਹੋ ਇਹ ਨਹੀਂ ਹੋ ਸਕਦਾ। ਹਾਂਜੀ। ਜੀ ਹਮ ਤੇ ਲਗੂ ਹੋਵੈ ਸੋ ਅਬ ਲੈ ਉਪਦੇਸ਼ ਭਲੋ ਅਧਿਕਾਰੀ। ਹਾਂ, ਜੇ ਉਹ ਸਾਡੇ ਤੋਂ ਲਘੂ ਹੋਵੇ, ਛੋਟਾ ਹੋਵੇ, ਤਾਂ ਜ਼ਰੂਰ ਸਾਡਾ ਉਪਦੇਸ਼ ਲਵੇਗਾ, ਜ਼ਰੂਰ ਸਾਡੇ ਰਸਤੇ ਤੇ ਤੁਰੇਗਾ। ਹਾਂਜੀ। ਹੋਏ ਜੋ ਦੀਰਘ ਕੈਸੇ ਬਣੈ ਬਿਦ ਹੈ ਵਿਪਰੀਤ ਸੁਰੀਤ ਵਿਚਾਰੀ। ਜਿਹੜਾ ਸਾਡੇ ਤੋਂ ਪਹਿਲਾਂ ਹੀ ਵੱਡਾ ਹੈ ਉਹ ਸਾਡਾ ਉਪਦੇਸ਼ ਕਿਉਂ ਲਵੇਗਾ? ਜਿਹਦੇ ਮਗਰ ਦੁਨੀਆ ਤੁਰਦੀ ਉਹ ਸਾਡੇ ਰਸਤੇ ਤੇ ਕਿਉਂ ਤੁਰੇਗਾ? ਇਸ ਕਰਕੇ ਜਿਹੜੀ ਤੁਹਾਡੀ ਚਾਹ ਹੈ ਇਹ ਬਿਲਕੁਲ ਨਿਯਮਾਂ ਤੋਂ ਵਿਪਰੀਤ ਹੈ। ਇਹਨੂੰ ਕਹਿੰਦੇ ਨੇ ਇਹ ਸੰਭਵ ਹੀ ਨਹੀਂ। ਵੇਖੋ, ਕੁਝ ਸੱਚ ਐਸੇ ਹੁੰਦੇ ਨੇ ਉਹ ਕੰਧ ਤੇ ਲਿਖੇ ਹੁੰਦੇ ਨੇ, ਤੁਸੀਂ ਨਾ ਪੜੋ ਤਾਂ ਕੀ ਫਰਕ ਪੈਂਦਾ? ਤੁਸੀਂ ਨਾ ਮੰਨੋ ਤਾਂ ਵੀ ਕੋਈ ਫਰਕ ਨਹੀਂ ਪੈਂਦਾ। ਗੈਲੀਲੀਓ ਨੇ ਕਿਹਾ ਇੰਗਲੈਂਡ ਵਿੱਚ, ਉਹ ਕਹਿੰਦਾ ਧਰਤੀ ਘੁੰਮਦੀ ਹੈ। ਬੜੀ ਚਰਚਾ ਹੋਈ, ਬੜੀ ਚਰਚਾ ਹੋਈ, ਬੜੀ ਚਰਚਾ ਹੋਈ। ਅਖੀਰ ਜਿਹੜੇ ਪਾਦਰੀ ਸੀ, ਬਿਸ਼ਪ ਸੀ, ਉਹਨਾਂ ਨੇ ਸੱਦ ਲਿਆ ਕਿ ਦੱਸ, ਜਦੋਂ ਬਾਈਬਲ ਕਹਿੰਦੀ ਹੈ ਕਿ ਧਰਤੀ ਨਹੀਂ ਘੁੰਮਦੀ, ਤੂੰ ਕਿਵੇਂ ਕਹਿੰਦਾ ਘੁੰਮਦੀ ਹੈ? ਉਹਨੇ ਕਿਹਾ ਘੁੰਮਦੀ ਹੈ। ਹੁਣ ਤੁਹਾਨੂੰ ਪਤਾ ਹੀ ਹੈ ਵੀ ਜਿਵੇਂ ਸਾਡੇ ਚ ਨੇ ਕਈ ਤੇ ਇਦੋਂ ਥੱਲੇ ਬੋਲਦੇ ਹੀ ਨਹੀਂ ਨਾ, ਕਹਿੰਦੇ ਮਾਰੋ ਗੋਲੀ ਇਹਨੂੰ। ਘਰ ਭਾਵੇਂ ਕੁੱਤੇ ਨੂੰ ਡੰਡਾ ਵੀ ਨਾ ਮਾਰਿਆ ਵੀ, ਚਾਰ ਬੰਦਿਆਂ 'ਚ ਖਲੋ ਕੇ ਉਹ ਵੀ ਕਹਿ ਦਿੰਦੇ ਨੇ ਮਾਰੋ ਗੋਲੀ ਇਹਨੂੰ। ਉਹ ਕਹਿੰਦਾ ਨਾ ਮਾਰੋ ਮੈਨੂੰ, ਮੈਂ ਕਹਿ ਦਿੰਦਾ ਨਹੀਂ ਘੁੰਮਦੀ। ਚਲੋ ਉਹਦੀ ਜਾਨ ਛੁੱਟ ਗਈ ਵਿਚਾਰੇ ਦੀ। ਪਰ ਉਹਦੇ ਬਾਰੇ ਕਿਹਾ ਜਾਂਦਾ ਵੀ ਜਦੋਂ ਉਹ ਹਾਲ ਦੀਆਂ ਪੌੜੀਆਂ ਉਤਰ ਰਿਹਾ ਸੀ ਨਾ, ਕਹਿੰਦਾ ਵੀ ਧਰਤੀ ਤਾਂ ਘੁੰਮੇਗੀ, ਇਹ ਨਹੀਂ ਰੁਕਦੀ। ਵੀ ਮੇਰੇ ਕਹਿਣ ਨਾਲ ਰੁਕਣ ਥੋੜਾ ਲੱਗੀ, ਇਹ ਤਾਂ ਘੁੰਮਦੀ ਹੈ ਤੇ ਘੁੰਮੇਗੀ। ਕੁਝ ਗੱਲਾਂ ਸੱਚ ਹੁੰਦੀਆਂ ਨੇ ਜਿਨ੍ਹਾਂ ਨੂੰ ਸਾਨੂੰ ਮੰਨ ਲੈਣਾ ਚਾਹੀਦਾ ਹੈ। ਵੇਖੋ, 2 ਤੇ 2 4 ਹੈ, ਨਾ 4.25 ਹੈ, ਨਾ 4.25 ਹੈ। ਹੁਣ ਤੁਸੀਂ ਲੱਗੇ ਰਹੋ ਵੀ ਨਹੀਂ ਜੀ ਘਟਾ ਕੇ ਛੱਡਾਂਗੇ ਜੀ, ਵਧਾ ਕੇ ਛੱਡਾਂਗੇ ਜੀ। ਉਹ ਵਧਣਾ ਵੀ ਕੋਈ ਨਹੀਂ, ਘਟਣਾ ਵੀ ਕੋਈ ਨਹੀਂ। ਕੁਝ ਸੱਚ ਐਸੇ ਨੇ, ਕੁਝ ਯੂਨੀਵਰਸਲ ਟਰੁੱਥ ਨੇ ਜਿਹੜੇ ਕਦੇ ਅੱਗੇ ਪਿੱਛੇ ਨਹੀਂ ਹੁੰਦੇ। ਉੱਥੇ ਆਪਣਾ ਸਮਾਂ ਗਵਾਉਣਾ ਨਹੀਂ ਚਾਹੀਦਾ। ਮੰਗਲਨਾਥ ਨੇ ਗੁਰੂ ਗੋਰਖ ਨੂੰ ਇਹ ਗੱਲ ਕਹਿ ਦਿੱਤੀ ਕਿ ਹੋਏ ਜੋ ਦੀਰਘ ਕੈਸੇ ਬਨੇ ਬਿਦ ਹੈ ਵਿਪਰੀਤ ਸੀ ਰੀਤ ਵਿਚਾਰੀ। ਉਹ ਸਾਡੇ ਤੋਂ ਵੱਡਾ ਹੈ, ਦੀਰਘ ਹੈ, ਉਹ ਲਘੂ ਨਹੀਂ ਹੈ। ਤੇ ਉਹ ਕਿਵੇਂ ਸਾਡਾ ਉਪਦੇਸ਼ ਲੈ ਸਕਦਾ? ਉਹ ਸਾਡੇ ਰਸਤੇ ਤੇ ਕਿਵੇਂ ਤੁਰ ਸਕਦਾ? ਇਹ ਤੁਹਾਡਾ ਸੋਚਣਾ ਹੀ ਜਿਹੜਾ ਹੈ ਇਹ ਵਿਪਰੀਤ ਰੀਤ ਹੈ। ਤੁਸੀਂ ਤੇ ਗੱਲ ਹੀ ਉਲਟੀ ਲੈ ਕੇ ਬੈਠੇ ਹੋਏ ਹੋ, ਇਹ ਨਹੀਂ ਹੋ ਸਕਦਾ। ਹਾਂਜੀ। ਜਿਉ ਪਟ ਬੀਜਣ ਕੇ ਪ੍ਰਕਾਸ਼ ਤੇ ਭਾਣ ਛੁਪਾਵਤ ਸੁਧ ਵਿਸਾਰੀ। ਕੀ ਕੋਈ ਪਟ ਬੀਜਣ ਦੇ ਪ੍ਰਕਾਸ਼ ਤੋਂ, ਨਿੱਕੇ ਜਿਹੇ ਜੁਗਣੂ ਦੇ, ਟਟੈਣੇ ਦੇ, ਬੜਾ ਨਿੱਕਾ ਜਿਹਾ ਕੀੜਾ ਹੈ, ਉਹ ਰਾਤ ਨੂੰ ਆਪਣੇ ਖੰਭ ਖੋਲੇ ਤੇ ਉਹਦੇ ਵਿੱਚੋਂ ਰੋਸ਼ਨੀ ਪੈਦਾ ਹੁੰਦੀ, ਲਾਈਟ ਪੈਦਾ ਹੁੰਦੀ ਹੈ। ਉਹਨੂੰ ਪੱਟ ਬੀਜਣ ਕਿਹਾ ਕਿ ਉਸ ਨਿੱਕੇ ਜਿਹੇ ਜੁਗਨੂ ਨੂੰ ਹੱਥ ਵਿੱਚ ਲੈ ਕੇ ਕੋਈ ਆਦਮੀ ਕਵੇ ਕਿ ਮੈਂ ਸੂਰਜ ਨੂੰ ਛੁਪਾ ਦਿਆਂਗਾ, ਇਹ ਕਿੱਡੀ ਵੱਡੀ ਗਲਤੀ ਹੈ। ਹਾਂ, ਇਹ ਤੇ ਜ਼ਰੂਰ ਹੈ ਕਿ ਦਿਨ ਵੇਲੇ ਉਹੀ ਟਟੈਣਾ ਜਿਹੜਾ ਹੈ, ਪੱਟ ਬੀਜਣ ਜਿਹੜਾ ਹੈ, ਜੁਗਨੂ ਜਿਹੜਾ ਹੈ, ਉਹ ਲੱਖ ਖੰਭ ਖੋਲੀ ਜਾਵੇ, ਉਹ ਪਤਾ ਵੀ ਨਹੀਂ ਲੱਗਦਾ ਵੀ ਉਹਦੀ ਲਾਈਟ ਜਗਦੀ ਕਿ ਨਹੀਂ ਜਗਦੀ। ਕਈ ਵਾਰੀ ਨਾ ਸਟਰੀਟ ਲਾਈਟ ਸ਼ਹਿਰ ਦੀਆਂ ਜਗਦੀਆਂ ਰਹਿ ਜਾਂਦੀਆਂ ਨੇ, ਤੁਸੀਂ ਵੇਖਿਆ ਦਿਨੇ ਕਿੱਡੀਆਂ ਭੈੜੀਆਂ ਲੱਗਦੀਆਂ ਨੇ। ਪਰ ਉਹੀ ਜਦੋਂ ਨਹੀਂ ਸੂਰਜ ਹੁੰਦਾ ਤੇ ਸਾਡਾ ਮਾਰਗਦਰਸ਼ਨ ਕਰਦੀਆਂ ਨੇ। ਮੰਗਲਨਾਥ ਜੋਗੀ ਨੇ ਕਿਹਾ ਗੁਰੂ ਗੋਰਖ, ਇਹ ਤੇ ਐਵੇਂ ਹੈ ਕਿ ਕੋਈ ਪੱਟ ਬੀਜਣ ਦਾ ਸਹਾਰਾ ਲੈ ਕੇ ਕੋਈ ਸੂਰਜ ਨੂੰ ਛਪਾਉਣ ਦੀ ਕੋਸ਼ਿਸ਼ ਕਰੇ। ਹਾਂਜੀ।
ਗੋਰਖ ਬੈਨ ਭਣੇ ਸੁਣ ਕੈ ਤੁਮ ਹੈ ਸਮਝੀ ਮਤ ਸਿੱਧਣ ਨਿਆਰੇ। ਅੱਗੋਂ ਫਿਰ ਗੁਰੂ ਗੋਰਖ ਨੇ ਕੀ ਕਿਹਾ? ਵੇਖੋ ਉਹਦੇ ਨਾਂ ਦੇ ਨਾਲ ਇੱਕ ਟਾਈਟਲ ਹੈ, ਉਹ ਹੈ ਗੁਰੂ। ਤੇ ਗੁਰੂ ਦੇ ਸਾਡੀ ਜ਼ਿੰਦਗੀ 'ਚ ਬੜੇ ਅਰਥ ਨੇ, ਬੜੇ ਰੂਪਾਂ ਵਿੱਚ। ਜਿਹੜਾ ਬਹੁਤ ਸ਼ਾਤਰ ਬੰਦਾ ਹੋਵੇ ਸੀ ਉਹਨੂੰ ਵੀ ਕਹਿੰਦੇ ਆ ਕਿ ਅਸੀਂ ਕਹਿੰਦੇ ਬਚ ਕੇ ਰਹੀ, ਬੜਾ ਗੁਰੂ ਆਦਮੀ ਹੈ। ਭਾਵ ਉਹਨੂੰ ਸਾਰੀਆਂ ਹੀ ਕਲਾ ਆਉਂਦੀਆਂ ਨੇ। ਜਿੰਨੇ ਕੁ ਤੂੰ ਪੈਂਤੜੇ ਖੇਡਣੇ ਨੇ ਉਹ ਤੇਰਾ ਗੁਰੂ ਹੈ, ਉਹਨੇ ਕਈਆਂ ਨੂੰ ਸਿਖਾਏ ਹੋਏ ਨੇ। ਗੁਰੂ ਗੋਰਖ ਗੁਰੂ ਸੀ। ਮੈਂ ਪਹਿਲਾਂ ਬੇਨਤੀ ਕੀਤੀ ਵੀ ਉਹਦੀ ਹਾਲਤ ਪੋਲੀਟੀਕਲ ਪਾਰਟੀਆਂ ਵਰਗੀ ਸੀ। ਪਤਾ ਤਾਂ ਉਹਨੂੰ ਸੀ ਕਿ ਗੁਰੂ ਨਾਨਕ ਸਾਹਿਬ ਬੜੇ ਵੱਡੇ ਨੇ, ਪਰ ਐਵੇਂ ਇੱਕ ਲਾਲਚ ਕਰ ਲਿਆ ਵੀ ਸ਼ਾਇਦ ਸਾਡੀ ਪਾਰਟੀ ਜੁਆਇਨ ਕਰ ਜਾਏ, ਵੀ ਜੇ ਜੋਗੀ ਬਣ ਜਾਏ ਤੇ ਜੋਗੀਆਂ ਦਾ ਮੱਤ ਉੱਚਾ ਚਲਾ ਜਾਏਗਾ। ਪਰ ਇਹ ਇੱਛਾ ਉਹਦੀ ਪੂਰੀ ਨਹੀਂ ਹੋ ਰਹੀ। ਅਖੀਰ ਉਹਨੇ ਮੰਗਲਨਾਥ ਨੂੰ ਕਿਹਾ। ਜਦੋਂ ਮੰਗਲਨਾਥ ਅੱਗੋਂ ਬੋਲਿਆ ਤੇ ਮੰਗਲਨਾਥ ਨੇ ਸਾਰੇ ਭੁਲੇਖੇ ਕੱਢ ਦਿੱਤੇ। ਹੁਣ ਉਹ ਐਸਾ ਗੁਰੂ ਹੈ, ਉਹ ਘੁੰਮ ਗਿਆ। ਉਹ ਕਹਿਣ ਲੱਗਾ ਜੀ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਤੂੰ ਆਮ ਜੋਗੀਆਂ ਵਰਗਾ ਜੋਗੀ ਨਹੀਂ ਹੈ, ਤੇਰੀ ਸੁਰਤੀ ਬੜੀ ਉੱਚੀ ਹੈ। ਦੇਖੋ ਝੂਠੇ ਬੰਦੇ ਕੋਲ ਨੇ ਕਲਾਕਾਰੀ ਬੜੀ ਹੁੰਦੀ। ਮੈਂ ਤਾਂ ਕਈ ਵਾਰੀ ਬੇਨਤੀ ਕੀਤੀ ਵੀ 3 ਕੀੜੀਆਂ ਤੁਰੀਆਂ ਜਾਂਦੀਆਂ ਨੇ, ਅਗਲੀ ਕੀੜੀ ਕਹਿੰਦੀ ਵੀ ਮੇਰੇ ਪਿੱਛੇ 2 ਕੀੜੀਆਂ ਨੇ। ਗੱਲ ਤੇ ਠੀਕ ਹੈ। ਜਿਹੜੀ ਮਗਰਲੀ ਕੀੜੀ ਉਹ ਕਹਿੰਦੀ ਜੀ ਮੇਰੇ ਅੱਗੇ 2 ਕੀੜੀਆਂ ਨੇ, ਉਹ ਵੀ ਗੱਲ ਠੀਕ ਹੈ। ਉਹ ਜਿਹੜੀ ਵਿਚਕਾਰਲੀ ਸੀ ਉਹਨੇ ਵੀ ਸ਼ੁਰਲੀ ਛੱਡਤੀ, ਉਹ ਕਹਿੰਦੀ ਵੀ 2 ਅੱਗੇ ਨੇ ਮੇਰੇ ਤੇ 2 ਮੇਰੇ ਪਿੱਛੇ ਨੇ। ਹੁਣ ਸਾਰੇ ਕਹਿਣ ਲੱਗੇ ਵੀ ਇਹ ਤੇ ਕਿਵੇਂ ਹੋ ਸਕਦਾ ਹੈ? ਤੇ ਜਦੋਂ ਉਹਨੂੰ ਪੁੱਛਿਆ ਵੀ ਤੂੰ ਕਿਵੇਂ ਕਹਿੰਦੀ ਹੈ, ਕਹਿੰਦੀ ਨਹੀਂ ਮੈਂ ਤਾਂ ਝੂਠ ਬੋਲਦੀ ਸੀ। ਹੁਣ ਗੁਰੂ ਗੋਰਖ ਘੁੰਮ ਗਿਆ। ਵੇਖੋ ਸੁਣਨ ਵਾਲੀ ਕਥਾ ਹੈ। ਮੈਂ ਜਦੋਂ ਪੜ੍ਹ ਰਿਹਾ ਸੀ ਨਾ ਵੀ ਕਿਸ ਕਦਰ ਉਹਨੇ ਆਪਣੇ ਆਪ ਦੀ ਕਲਾ ਜਿਹੜੀ ਹੈ ਉਹਨੂੰ ਬਦਲ ਲਿਆ। ਕੀ ਕਹਿੰਦਾ ਹੈ? ਗੋਰਖ ਬੈਣ ਭਣੇ ਸੁਣ ਕੇ, ਮੰਗਲਨਾਥ ਦੀਆਂ ਗੱਲਾਂ ਸੁਣ ਕੇ ਗੁਰੂ ਗੋਰਖ ਨੇ ਆਪਣੀ ਬਾਣੀ ਬਦਲ ਲਈ। ਤੁਮ ਹੈ ਸਮਝੀ ਮਤ ਸਿੱਧਨ ਨਿਆਰੇ। ਕਹਿਣ ਲੱਗਾ ਵੀ ਮੈਨੂੰ ਅੱਜ ਖੁਸ਼ੀ ਹੈ ਕਿ ਤੂੰ ਸਿੱਧਾਂ ਦੀ ਮੱਤ ਨੂੰ ਸਮਝ ਲਿਆ ਤੇ ਤੂੰ ਆਮ ਸਿੱਧਾਂ ਤੋਂ ਨਿਆਰਾ ਹੈ। ਜਿੱਥੇ ਆਮ ਜੋਗੀ ਖਲੋਤੇ ਨੇ ਤੂੰ ਉੱਥੇ ਨਹੀਂ ਖਲੋਤਾ। ਮੈਂ ਇੱਕ ਬੇਨਤੀ ਕਰਾਂ, ਸਿੱਖਾਂ ਵਿੱਚ ਸਿੱਖ ਮਨਾਰਟੀ ਵਿੱਚ ਨੇ। ਤੁਸੀਂ ਕਹੋਗੇ ਵੀ ਇਹ ਕੀ? ਸਿੱਖਾਂ ਚੋਂ ਚੰਗੇ ਚੰਗੇ ਸਿੱਖ ਲੱਭਣ ਜਾਓਗੇ ਤੇ ਘੱਟ ਗਿਣਤੀ ਚ ਹੋਣਗੇ। ਹਿੰਦੂਆਂ ਚ ਹਿੰਦੂ ਮਨਾਰਟੀ ਵਿੱਚ ਨੇ। ਕਿੰਨੇ ਕੁ ਹਿੰਦੂ ਨੇ ਜਿਹੜੇ ਸਵੇਰੇ ਉੱਠ ਕੇ ਤਿਲਕ ਲਾਉਂਦੇ ਨੇ, ਜਿਹੜੇ ਗਾਇਤਰੀ ਦਾ ਜਾਪ ਕਰਦੇ ਹੋਣ, ਜਿਹੜੇ ਪੂਰੀ ਰਹੁ ਰੀਤ ਦੇ ਮੁਤਾਬਕ ਜਨੇਊ ਪਾ ਕੇ, ਧੋਤੀ ਪਾ ਕੇ, ਬੋਦੀ ਰੱਖ ਕੇ ਉਹ ਸਨਾਤਨ ਮਤ ਦੇ ਵਾਕਿਆ ਹੀ ਮੰਨਣ ਵਾਲੇ ਹੋਣ, ਘੱਟ ਗਿਣਤੀ ਚ ਹੋਣਗੇ। ਮੈਂ ਤਾਂ ਬਹੁਤ ਵਾਰੀ ਬੇਨਤੀ ਕੀਤੀ ਵੀ ਜਿਨ੍ਹਾਂ ਨੇ ਬੜੀ ਜੱਦੋ ਜਹਿਦ ਕਰਕੇ ਅਯੁੱਧਿਆ ਚ ਰਾਮ ਮੰਦਿਰ ਬਣਾਇਆ, ਜਾਣਾ ਉਹਨਾਂ ਵੀ ਕੋਈ ਨਹੀਂ ਹੈ। ਹਾਲਾਂਕਿ ਮੈਂ ਇਸ ਗੱਲ ਦੇ ਵਿਰੁੱਧ ਨਹੀਂ ਹਾਂ ਵੀ ਕਿਉਂ ਬਣਿਆ, ਬਣਨਾ ਚਾਹੀਦਾ ਹੈ। ਬਾਬਰ ਦੀ ਜਨਮ ਭੂਮੀ ਤਾਂ ਹੈ ਨਹੀਂ, ਭੂਮੀ ਤਾਂ ਸ਼੍ਰੀ ਰਾਮਚੰਦਰ ਜੀ ਦੀ ਜਨਮ ਭੂਮੀ ਹੈ। ਪਰ ਦੂਜਾ ਸਵਾਲ ਹੈ ਵੀ ਜਿਨ੍ਹਾਂ ਨੇ ਬਣਾਇਆ ਹੈ ਉਹਨਾਂ ਨੇ ਉੱਥੇ ਕੋਈ ਜਾਣਾ ਜੂਣਾ ਕੋਈ ਨਹੀਂ। ਉਹਨਾਂ ਨੇ, ਮੈਂ ਤੇ ਕੁਵੈਤ ਗਿਆ, ਵੇਖਿਆ ਹਰ ਜਿੱਥੇ ਉਹਨਾਂ ਦੇ ਮਿਨਿਸਟਰ ਰਹਿੰਦੇ ਨੇ ਉੱਥੇ ਉਹਨਾਂ ਨੇ ਮਸਜਿਦਾਂ ਬਣਾਈਆਂ, ਪਰ ਨਮਾਜ਼ ਪੜ੍ਹਨ ਕੋਈ ਨਹੀਂ ਜਾਂਦਾ। ਨਮਾਜ਼ ਪੜ੍ਹਨ ਤਾਂ ਮਿਡਲ ਕਲਾਸ ਹੀ ਜਾਂਦੀ ਹੈ। ਦਿੱਲੀ 'ਚ ਵੀ ਤੁਸੀਂ ਵੇਖ ਲਓ, ਜਿਹੜੇ ਨਮਾਜ਼ ਪੜ੍ਹਨ ਜਾਂਦੇ ਨੇ ਉਹ ਮਡਿਓਕਰ ਲੋਕ ਨੇ, ਹਾਈ ਜੈਂਟਰੀ ਕੋਈ ਨਹੀਂ ਜਾਂਦੀ। ਰੋਜ਼ੇ ਵੀ ਜਿਹੜੇ ਨੇ ਉਹ ਗਰੀਬ ਤੇ ਮਿਡਲ ਕਲਾਸ ਦੇ ਲੋਕ ਹੀ ਰੱਖਦੇ ਨੇ। ਅਮੀਰਾਂ ਦੇ ਰੋਜ਼ੇ ਤੇ ਮੈਂ ਸੁਣੇ ਨੇ ਕਿ ਜਿੰਨੇ ਅਰਬ ਕੰਟਰੀ ਨੇ ਉਹਨਾਂ ਦੇ ਜਿਹੜੇ ਸ਼ੇਖ ਨੇ ਉਹ ਕੀ ਕਰਦੇ ਨੇ ਪਤਾ ਕਿਵੇਂ ਰੋਜ਼ੇ ਰੱਖਦੇ ਨੇ?
ਉਹ ਰੋਜ਼ਿਆਂ ਦੇ ਵਕਤ ਵਿੱਚ ਨਾ ਉਹ ਮਾਰਕੀਟ ਹੀ ਰਾਤ ਨੂੰ ਖੋਲਦੇ ਨੇ। ਉਹ ਦਿਨੇ ਕੰਮ ਧੰਦਾ ਬੰਦ ਕਰ ਦਿੰਦੇ ਨੇ। ਬੰਦ ਦਾ ਮਤਲਬ ਕਿ ਦਿਨੇ ਸੁੱਤੇ ਰਹੋ ਤੇ ਰਾਤ ਨੂੰ ਨਾਲੇ ਕੰਮ ਧੰਦਾ ਕਰ ਲਓ ਨਾਲੇ ਖਾਂਦੇ ਪੀਂਦੇ ਰਹੋ। ਉਹ ਸਾਰਾ ਕੁਝ ਉਲਟਾ ਕਰ ਲੈਂਦੇ ਨੇ ਕਿਉਂਕਿ ਸਮਰੱਥ ਨੇ। ਪਰ ਨਮਸਕਾਰ ਉਸ ਮੁਸਲਮਾਨ ਨੂੰ ਹੈ ਜਿਹੜਾ ਜੂਨ ਜੁਲਾਈ 'ਚ ਤੁਹਾਡੀ ਫੈਕਟਰੀ 'ਚ ਕੰਮ ਵੀ ਕਰਦਾ ਹੈ ਤੇ ਰੋਜ਼ੇ ਵੀ ਰੱਖਦਾ ਹੈ। ਨਮਸਕਾਰ ਉਸ ਹਿੰਦੂ ਨੂੰ ਹੈ ਜਿਹੜਾ ਮਜ਼ਦੂਰੀ ਕਰਦਾ ਹੋਇਆ ਵੀ ਆਪਣਾ ਨੇਮ ਨਿਭਾਉਂਦਾ ਹੈ। ਤੁਸੀਂ ਦੱਸ ਦਿਓ ਕਿਹੜੇ ਅਮੀਰ ਆਦਮੀ ਦੇ ਤੁਸੀਂ ਤਿਲਕ ਲੱਗਿਆ ਹਿੰਦੂ ਦੇ ਵੇਖਿਆ? ਕੋਈ ਜਨੇਊ ਪਾਉਂਦਾ, ਕੋਈ ਧੋਤੀ ਪਾਉਂਦਾ। ਕੋਟ ਪੈਂਟ ਤਾਂ ਅੰਗਰੇਜ਼ਾਂ ਦੀ ਪੁਸ਼ਾਕ ਹੈ, ਸਾਡੀ ਤਾਂ ਨਹੀਂ ਹੈ। ਉਦਾਂ ਹੀ ਕਹੀ ਜਾਂਦੇ ਜੀ ਗੌਰਵ ਸੇ ਕਹੋ ਹਮ ਹਿੰਦੂ ਹੈ। ਹਿੰਦੂ ਹੈ ਤੇ ਭਾਈ ਹਿੰਦੂ ਰਹੋ, ਰੀਤ ਵੀ ਤੇ ਕਰਨਾ। ਉਸ ਮਰਿਆਦਾ ਦਾ ਪਾਲਣ ਕਰ, ਜੇ ਕਰੇ ਤਾਂ ਮੁਬਾਰਕ ਹੈ, ਫਿਰ ਤਾਂ ਨਮਸਕਾਰ ਹੈ ਉਸ ਹਿੰਦੂ ਨੂੰ। ਭਾਈ ਮੈਨੂੰ ਕਈ ਸੱਜਣ ਮਿਲਦੇ ਨੇ ਕਹਿੰਦੇ ਗਿਆਨੀ ਜੀ ਅਸੀਂ ਬਾਹਰੋਂ ਨਹੀਂ ਖਾਂਦੇ। ਮੈਂ ਰੀਅਲੀ ਮੈਂ ਬੜੀ ਇੱਜ਼ਤ ਕਰਦਾ, ਪਰ ਜੇ ਤੁਹਾਨੂੰ ਕਿਤੇ ਗੋਲ ਗੱਪੇ ਖਾਂਦਾ ਮਿਲ ਜੇ ਤਾਂ ਦੁੱਖ ਹੋਏਗਾ ਕਿ ਨਹੀਂ ਹੋਏਗਾ? ਵੀ ਚੰਗੇ ਭਲੇ ਸਿੱਖ ਦੇ ਘਰੋਂ ਰੋਟੀ ਨਹੀਂ ਖਾਣੀ, ਰੇਹੜੀ ਤੋਂ ਜਾ ਕੇ ਗੋਲ ਗੱਪੇ ਖਾ ਲੈਣੇ, ਅੱਗਾ ਪਿੱਛਾ ਵੇਖ ਕੇ ਵੀ ਕੋਈ ਵਹਿੰਦਾ ਤਾਂ ਨਹੀਂ। ਡਬਲ ਸਟੈਂਡਰਡ ਨਹੀਂ ਹੋਣਾ ਚਾਹੀਦਾ। ਜਿਸ ਧਰਮ ਨੂੰ ਤੁਸੀਂ ਕਮਾਉਂਦੇ ਹੋ ਤੁਸੀਂ ਉਸ ਆਪਣੇ ਧਰਮ 'ਚ ਪ੍ਰਪੱਕ ਹੋਣੇ ਚਾਹੀਦੇ ਹੋ ਤੇ ਜਿਹੜਾ ਪ੍ਰਪੱਕ ਹੋਵੇ ਉਹਦੀ ਇੱਜ਼ਤ ਕਰੋ। ਸਵਾਲ ਹੀ ਨਹੀਂ ਕਿ ਉਹਦਾ ਧਰਮ ਕਿਹੜਾ ਹੈ। ਉਸ ਹਰ ਵਿਅਕਤੀ ਦੀ ਇੱਜ਼ਤ ਕਰਨੀ ਚਾਹੀਦੀ ਜਿਹੜਾ ਆਪਣੇ ਧਰਮ 'ਚ ਪ੍ਰਪੱਕ ਹੈ। ਹੁਣ ਇਸ ਗੁਰੂ ਗੋਰਖ ਨੇ ਮੰਗਲਨਾਥ ਨੂੰ ਕਿਹਾ, ਕਹਿਣ ਲੱਗਾ ਵੀ ਤੂੰ ਤੇ ਸਿਆਣਾ ਹੈ, ਤੂੰ ਤੇ ਆਮ ਜੋਗੀਆਂ ਤੋਂ ਨਿਆਰਾ ਹੈ, ਕਿਉਂਕਿ ਆਮ ਜੋਗੀ ਤੇ ਇੱਥੇ ਹੀ ਖਲੋਤੇ ਹੋਏ ਨੇ। ਕਿਉਂਕਿ ਜਿੰਨੇ ਜੋਗੀ ਗੁਰੂ ਨਾਨਕ ਸਾਹਿਬ ਨੂੰ ਮਿਲਣ ਗਏ ਉਹ ਬੇਇੱਜ਼ਤੀ ਕਰਾ ਕੇ ਮੁੜ ਆਏ ਪਰ ਗੁਰੂ ਧਾਰਨ ਨਹੀਂ ਕਰ ਸਕੇ। ਚਾਹੀਦਾ ਇਹ ਸੀ ਵੀ ਜਦੋਂ ਉਹਨਾਂ ਨੂੰ ਸਮਝ ਆ ਗਈ। ਵੇਖੋ ਗਿਆਨ ਕੀ ਕਹਿੰਦਾ ਹੈ? ਗਿਆਨ ਇਹ ਕਹਿੰਦਾ ਹੈ ਕਿ ਸੰਤ ਮਿਲੈ ਕਿਛ ਸੁਣੀਏ ਕਹੀਏ। ਕੋਈ ਰੱਬ ਦਾ ਪਿਆਰਾ ਮਿਲੇ ਤੇ ਉਹਦੇ ਨਾਲ ਫਿਰ ਕੁਝ ਸੁਣੋ, ਕੁਝ ਬੋਲੋ, ਫਿਰ ਉਸ ਨੂੰ ਗ੍ਰਹਿਣ ਵੀ ਕਰੋ। ਅਗਰ ਗ੍ਰਹਿਣ ਨਹੀਂ ਕਰੋਗੇ ਤਾਂ ਉਹ ਬਹਿਸ ਹੈ, ਪਰ ਕੁਝ ਗ੍ਰਹਿਣ ਕਰ ਲੋਗੇ ਤਾਂ ਉਹ ਵਿਚਾਰ ਹੈ। ਵਿਚਾਰ ਤੇ ਬਹਿਸ ਵਿੱਚ ਇੰਨਾ ਹੀ ਫਰਕ ਹੈ, ਹੋਰ ਕੀ ਹੈ? ਜੇ ਤੁਸੀਂ ਗੱਲਾਂ ਕਰਦੇ ਕਰਦੇ ਤੂੰ ਮੈਂ ਕਰਕੇ ਉੱਠ ਜਾਓ ਤੇ ਤੁਸੀਂ ਬਹਿਸ ਕੀਤੀ ਹੈ, ਪਰ ਜੇ ਤੁਸੀਂ ਵਿਚਾਰ ਕਰਕੇ ਕੁਝ ਸਿੱਖ ਲਿਆ, ਕੁਝ ਸਿਖਾ ਲਿਆ ਤੇ ਤੁਸੀਂ ਸੰਗਤ ਕੀਤੀ ਹੈ। ਬਸ ਇੰਨਾ ਹੀ ਫਰਕ ਹੈ। ਹਾਂਜੀ। ਧੰਨ ਤੁਮੈ ਸ਼ੁਭ ਜੋਗ ਕੇ ਲਾਇਕ ਹੈ ਮਨ ਤੇ ਜਿਨ ਮਾਨ ਵਿਸਾਰੇ। ਗੁਰੂ ਗੋਰਖ ਨੇ ਆਖਿਆ ਧੰਨ ਤੁਮੈ ਸ਼ੁਭ ਜੋਗ ਕੇ ਲਾਇਕ। ਆਖਿਆ ਮੰਗਲਨਾਥ ਤੂੰ ਸ਼ੁਭ ਹੈ, ਤੂੰ ਧੰਨ ਹੈ, ਤੂੰ ਵਾਕਿਆ ਹੀ ਜੋਗੀ ਹੈ ਕਿ ਤੂੰ ਆਪਣਾ ਮਾਣ ਗਵਾਇਆ। ਮੈਂ ਫਿਰ ਬੇਨਤੀ ਕਰਾਂ, ਦੁਨੀਆ ਦੀ ਹਰ ਬਿਮਾਰੀ ਤੋਂ ਭੈੜੀ ਬਿਮਾਰੀ ਜਿਹੜੀ ਹੈ ਉਹ ਹੰਕਾਰ ਹੈ। ਇਹਨਾਂ ਮਾੜਾ ਕਰੋਨਾ ਵੀ ਨਹੀਂ ਜੇ, ਕਰੋਨੇ ਦਾ ਵੀ ਇਲਾਜ ਹੈਗਾ ਜੇ। ਮੇਰੇ ਕੋਲ 4-5 ਹਜ਼ਾਰ ਦਾ ਟੀਕਾ ਆਉਂਦਾ, 4-5 ਟੀਕਿਆਂ ਦਾ ਕੋਰਸ ਹੋ ਜੇ ਤੇ ਬੰਦਾ ਬਚ ਜਾਂਦਾ ਹੈ। ਤੇ ਨਮੂਨੀਆਂ ਹੀ ਹੈ। ਚਲੋ ਹੁਣ ਤੇ ਅੱਗੋਂ ਵੈਕਸੀਨ ਆ ਗਈ। ਚੰਗੇ ਭਲੇ ਟਾਈਮ 'ਚ ਲੋਕਾਂ 90-90 ਹਜ਼ਾਰ ਦਾ ਉਹ ਟੀਕਾ ਲਵਾ ਕੇ ਜਾਨਾਂ ਬਚਾਈਆਂ ਨੇ ਆਪਣੀਆਂ, ਪਰ ਹੰਕਾਰ ਤੋਂ ਕੋਈ ਨਹੀਂ ਬਚਿਆ। ਇਹ ਮਾਣ ਮੁਣੀ ਮੁਣਵਰ ਗਲੇ ਮਾਣ ਸਭੇ ਕੋ ਖਾਏ। ਇਸ ਮਾਣ ਨੇ ਬੜੇ ਬੜੇ ਲੋਕ ਖਾਦੇ ਨੇ, ਬੜੇ ਬੜੇ ਹੰਕਾਰੀ ਆ। ਨਾਨਕ ਗਰਭ ਗਲੇ, ਹੰਕਾਰ ਵਿੱਚ ਗਲ ਗਏ। ਤੇ ਗਲਿਆਂ ਦੀ ਪਰਿਭਾਸ਼ਾ ਕਿਸੇ ਭੈਣ ਨੂੰ ਪੁੱਛ ਲੈਣਾ ਕਿ ਜਿਹੜੀ ਸਬਜ਼ੀ ਗਲ ਜਾਏ, ਜਿਹੜਾ ਫਲ ਗਲ ਜਾਏ, ਉਹ ਕਿਸੇ ਕੰਮ ਆਉਂਦਾ ਨਾ। ਗਲੀ ਚੀਜ਼ ਕਿਸੇ ਕੰਮ ਨਹੀਂ ਆਉਂਦੀ, ਨਿਰੀ ਸੜਿਆਂਦ ਉਹਦੇ ਵਿੱਚ, ਬਦਬੂ। ਗਲੀ ਚੀਜ਼ ਤਾਂ ਤੁਹਾਨੂੰ ਲਾਗੇ ਖਲੋਣ ਨਹੀਂ ਦੇਗੀ। ਪੱਕਣਾ ਹੋਰ ਚੀਜ਼ ਹੁੰਦਾ ਹੈ, ਕੱਚੇ ਰਹਿ ਜਾਣਾ ਹੋਰ ਚੀਜ਼ ਹੁੰਦਾ ਹੈ। ਕੱਚੀਆਂ ਅੰਬੀਆਂ ਦੀ
ਚਟਨੀ ਬਣ ਜਾਂਦੀ ਹੈ, ਅਚਾਰ ਬਣ ਜਾਂਦਾ ਹੈ, ਪੱਕੇ ਅੰਬਾਂ ਦਾ ਤੇ ਬਹੁਤ ਕੁਝ ਬਣ ਜਾਂਦਾ ਹੈ। ਪਰ ਜਿਹੜਾ ਅੰਬ ਗਲ ਜਾਏ ਉਹਦਾ ਕੀ ਬਣਾਓਗੇ? ਕੁਝ ਵੀ ਨਹੀਂ ਬਣੇਗਾ। ਉਹ ਤੇ ਬਦਬੂ ਹੈ, ਜਿੰਨੀ ਮਰਜ਼ੀ ਇਕੱਠੀ ਕਰ ਲਓ ਘਰ 'ਚ। ਹੰਕਾਰ ਦੇ ਵਿੱਚ ਮਨੁੱਖ ਗਲ ਜਾਂਦਾ ਹੈ। ਤੋ ਇਸ ਗੁਰੂ ਗੋਰਖ ਨੇ ਖੁਦ ਮੰਗਲਨਾਥ ਦੀ ਹੁਣ ਸਿਫਤ ਕੀਤੀ ਹੈ। ਆਖਿਆ ਮੰਗਲਨਾਥ ਵਾਕਿਆ ਹੀ ਤੂੰ ਜੋਗ ਮਤ ਦੇ ਲਾਇਕ ਹੈ, ਧਨ ਤੁਮੈ ਸ਼ੁਭ ਜੋਗ ਕੋ ਲਾਇਕ ਹੈ, ਮਨ ਤੇ ਜਿਨ ਮਾਨ ਵਿਸਾਰੇ। ਤੂੰ ਹੰਕਾਰ ਗਵਾਇਆ ਤੇ ਤੂੰ ਤੇ ਭਾਈ ਬਹੁਤ ਵਧੀਆ ਹੈ, ਤੂੰ ਤੇ ਧਨ ਹੈ, ਤੈਨੂੰ ਤੇ ਸ਼ਾਬਾਸ਼ ਹੈ। ਹਾਂਜੀ, ਜਾਣ ਲਿਓ ਸਭ ਨਾਨਕ ਭੇਦ ਕੋ, ਜੈਸੋ ਅਹੇ ਤੁਮ ਤੈਸੋ ਉਚਾਰੇ। ਇਹ ਗੱਲ ਦਾ ਪਤਾ ਗੁਰੂ ਗੋਰਖ ਨੂੰ ਸੀ। ਜਦੋਂ ਹਿਮਾਲਿਆ ਤੇ ਆ ਕੇ ਮਿਲਿਆ ਹੈ ਨਾ, ਉਹਨੇ ਬਹੁਤਾ ਬਹਿਸ ਵਿਮਰਸ਼ਾ ਨਹੀਂ ਕੀਤਾ। ਜਦੋਂ ਉਹਨੂੰ ਗੱਲ ਸਮਝ ਆਈ ਵੀ ਮੈਂ ਤੇ ਨਹੀਂ ਜਿੱਤ ਸਕਦਾ, ਉਹ ਬੈਠਾ ਬੈਠਾ ਹੀ ਅਲੋਪ ਹੋ ਗਿਆ। ਇਹ ਸ਼ਕਤੀ ਉਹਦੇ ਕੋਲ ਹੈਗੀ ਸੀ। ਉਹ ਏਡੇ ਏਡੇ ਕਰਾਮਾਤੀ ਹੋਏ ਨੇ। ਫਿਰ ਸਮਝਣਾ ਵੀ ਗੁਰੂ ਨਾਨਕ ਕੀ ਹੈ। ਹੁਣ ਤੇ ਹੈਰਾਨੀ ਹੈ ਲੋਕਾਂ ਦੀ। ਉਹ ਕੋਈ ਗੁਰੂ ਜੀ ਦੀ ਫੋਟੋ ਚੁੱਕ ਕੇ ਲਿਆ ਕੇ ਉਹ ਗੁਰੂ ਨਾਨਕ ਸਾਹਿਬ ਦੇ ਬਰਾਬਰ ਰੱਖਣ ਲਈ ਤਿਆਰ ਬੈਠਾ ਹੈ। ਹੁਣ ਬੜੇ ਲੋਕ ਨੇ, ਉਹ ਜੀ ਉੱਥੇ ਤੇ ਬਾਣੀ ਪੜ੍ਹੀ ਜਾਂਦੀ ਹੈ, ਉਹ ਕਿੱਥੇ ਗੁਰੂ ਨਾਨਕ ਦਾ ਦਰਬਾਰ ਤੇ ਕਿੱਥੇ ਉਸ ਬੰਦੇ ਦਾ ਦਰਬਾਰ ਹੈ। ਮਤਲਬ ਆਪਾਂ ਕਰ ਕੀ ਰਹੇ ਹਾਂ? ਆਪਾਂ ਤੁਰ ਕਿਹੜੇ ਪਾਸੇ ਪਏ ਹਾਂ? ਕੀ ਆਪਾਂ ਗੁਰੂ ਨਾਨਕ ਨੂੰ ਇੰਨਾ ਛੋਟਾ ਬਣਾ ਕੇ ਪੇਸ਼ ਕਰ ਰਹੇ ਹਾਂ ਦੁਨੀਆ 'ਚ? ਗੁਰੂ ਨਾਨਕ ਉਹ ਨੇ ਜਿਨ੍ਹਾਂ ਦੀ ਖੜਾਮ ਦੀ ਪੂਜਾ ਮੱਕੇ ਕਾਬੇ ਵਿੱਚ ਵੀ ਹੋਈ ਹੈ। ਦੇਖੋ, ਪਾਕਿਸਤਾਨ ਦੇ ਅਰਥ ਤੇ ਆਉਣੇ ਚਾਹੀਦੇ ਨੇ ਨਾ। ਪਾਕਿਸਤਾਨ ਦਾ ਮਤਲਬ ਪਾਕ ਕਹਿੰਦੇ ਨੇ ਪਵਿੱਤਰ, ਸਥਾਨ ਕਹਿੰਦੇ ਨੇ ਜਗ੍ਹਾ। ਪਾਕਿਸਤਾਨ ਦਾ ਜਿਹੜਾ ਨਾਂ ਰੱਖਿਆ ਗਿਆ ਉਹ ਪਵਿੱਤਰ ਥਾਂ ਸੀ। ਉਹ ਹੈਗੀ ਨਹੀਂ ਹੈਗੀ, ਮੈਂ ਇਸ ਝਗੜੇ 'ਚ ਨਹੀਂ ਪੈਣਾ। ਨਰੋਲ ਇਸਲਾਮਕ ਮੁਲਕ ਹੈ। ਪਰ ਜੇ ਉੱਥੋਂ ਦਾ ਸਦਰ ਰੋਜ਼ ਕਵੇ ਬਾਬਾ ਗੁਰੂ ਨਾਨਕ, ਤੇ ਸਾਨੂੰ ਕਿਤੇ ਨਾ ਕਿਤੇ ਪ੍ਰਭਾਵ ਕਬੂਲਣਾ ਚਾਹੀਦਾ ਹੈ। ਕਿ ਉਹ ਏਡੇ ਵੱਡੇ ਨਾਨਕ ਸਤਿਗੁਰੂ ਸਨ। ਇਸ ਗੁਰੂ ਗੋਰਖ ਨੇ ਧੰਨ ਆਖਿਆ ਆਪਣੇ ਇਸ ਨਾਥ ਨੂੰ, ਮੰਗਲਨਾਥ ਨੂੰ। ਹਾਂਜੀ, ਮਾਨ ਕੇ ਬਾਣ ਵਿਦੇ ਸਭ ਸਿੱਧ, ਕਰੋ ਬਿਦ ਸੋ ਅਬ ਲਾਖ ਜੋ ਥਾਰੇ। ਗੁਰੂ ਗੋਰਖ ਕਹਿਣ ਲੱਗਾ ਵੀ ਜਿਹੜੇ ਮੇਰੇ ਜੋਗੀ ਨੇ ਨਾ, ਇਹ ਤੇ ਹੰਕਾਰ ਵਿੱਚ ਵਿੰਨੇ ਹੋਏ ਨੇ, ਭਰੇ ਹੋਏ ਨੇ। ਮੰਗਲਨਾਥ ਤੂੰ ਬਹੁਤ ਚੰਗਾ ਬੰਦਾ ਹੈ, ਤੂੰ ਜਾ, ਮੈਂ ਤੈਨੂੰ ਕੁਝ ਨਹੀਂ ਕਹਿੰਦਾ, ਤੂੰ ਕੀ ਕਰਨਾ ਹੈ, ਜੋ ਤੇਰਾ ਮਨ ਕਰੇ ਤੂੰ ਉਹ ਕਰ। ਹਾਂਜੀ, ਕੀਤਕ ਸਮਝਿਓ ਭਰਥਰੀ, ਗੋਪੀ ਚੰਦ ਸੁਜਾਨ। ਤੇਰੇ ਜਿੰਨਾ ਤੇ ਨਹੀਂ, ਪਰ ਥੋੜੀ ਜੀ ਸਮਝ ਭਰਥਰੀ ਨੂੰ ਵੀ ਆਈ ਸੀ। ਉਹਨੇ ਵੀ ਨਾਨਕ ਦੀ ਸ਼ਕਤੀ ਨੂੰ ਸਮਝਿਆ ਸੀ। ਗੋਪੀ ਚੰਦ ਨੂੰ ਵੀ ਸਮਝ ਆਈ ਸੀ। ਉਹਨੇ ਵੀ ਗੁਰੂ ਨਾਨਕ ਦੀ ਵਡਿਆਈ ਨੂੰ ਸਮਝਿਆ ਸੀ। ਹਾਂਜੀ, ਗੁਹਨਾਥ ਨਾ ਬੋਲਈ, ਮੰਗਲਨਾਥ ਮਹਾਨ। ਜਿਹੜਾ ਘੁੱਗੂ ਨਾਥ ਹੈ ਉਹ ਤੇ ਬੋਲਿਆ ਹੀ ਨਹੀਂ, ਚੁੱਪ ਰਿਹਾ। ਉਹ ਤੇ ਨਾ ਖੱਬੇ ਗਿਆ ਨਾ ਸੱਜੇ ਗਿਆ। ਕਈ ਬੰਦੇ ਇਦਾਂ ਦੇ ਵੀ ਹੁੰਦੇ ਨੇ ਕਿ ਉਹਨਾਂ ਨੇ ਕੋਈ ਚਰਚਾ ਕੀਤੀ ਨਹੀਂ। ਪਰ ਮੰਗਲਨਾਥ ਤੂੰ ਮਹਾਨ ਹੈ, ਤੂੰ ਵੱਡਾ ਹੈ, ਕਿ ਤੂੰ ਆਪਣਾ ਹੰਕਾਰ ਵੀ ਗਵਾਇਆ। ਮਤਲਬ ਇਹਨੂੰ ਸਮਝਣ ਦੀ ਲੋੜ ਹੈ। ਹੰਕਾਰ ਤੁਸੀਂ ਕੀ ਸਮਝਦੇ ਹੋ? ਵੀ ਕੋਈ ਬਿਮਾਰੀ ਹੈ ਜਿਹੜੀ ਬੰਦਾ ਮੁੱਲ ਖਰੀਦ ਕੇ ਲਿਆਉਂਦਾ ਹੈ? ਨਹੀਂ। ਹੰਕਾਰ ਦਾ ਤੁਹਾਡੇ ਅੰਦਰ ਆ ਜਾਣਾ ਸੁਭਾਵਕ ਹੈ। ਆਉਂਦਾ ਕਿੱਥੋਂ ਹੈ? ਇਹ ਥੋੜੀਆਂ ਜਿਹੀਆਂ ਚੀਜ਼ਾਂ ਤੋਂ ਆਉਂਦਾ ਹੈ। ਧਨ ਤੋਂ, ਜੋਬਨ ਤੋਂ, ਪ੍ਰਭਤਾ ਤੋਂ ਆਏਗਾ। ਇਹਨਾਂ ਚੀਜ਼ਾਂ ਤੋਂ ਤੁਹਾਡੇ ਕੋਲ ਆਉਂਦਾ ਹੈ। ਪਰ ਜਿਹਦੇ ਕੋਲ ਕੁਝ ਵੀ ਨਹੀਂ, ਅਗਰ ਉਹ ਹੰਕਾਰ ਕਰੇ ਤੇ ਗੁਰਬਾਣੀ ਕਹਿੰਦੀ ਵੀ ਇਹ ਤੇ ਖੋਤਾ ਹੈ। ਮੇਰੀ ਗੱਲ ਦਾ ਗੁੱਸਾ ਨਾ ਕਰਨਾ। ਵੇਖੋ ਨਾ, ਜਿਹਦੇ ਸਰੀਰ 'ਚ ਤਾਕਤ ਨਹੀਂ,
ਆਪ ਖੁਦ ਮੰਜੀ ਤੋਂ ਉੱਠਣ ਜੋਗਾ ਨਹੀਂ, ਜੇ ਉਹ ਵੀ ਹੰਕਾਰ ਕਰੇ ਤੇ ਫਿਰ ਤੇ ਖੋਤਾ ਹੀ ਹੈ ਨਾ। ਹੁਣ ਕਿਸੇ ਆਦਮੀ ਨੂੰ ਚਾਰੇ ਵੇਦ ਆਉਂਦੇ ਹੋਣ, ਹੰਕਾਰ ਕਰੇ ਤੇ ਗੱਲ ਸਮਝ ਆਉਂਦੀ ਵੀ ਏਡਾ ਵੱਡਾ ਪੰਡਤ ਹੈ ਬਾਈ। ਤੇ ਜਿਹਨੂੰ ਇੱਕ ਮੰਤਰ ਵੀ ਨਾ ਆਉਂਦਾ ਹੋਵੇ ਉਹ ਵੀ ਹੰਕਾਰ ਕਰੇ ਤੇ ਫਿਰ ਤੇ ਖੋਤਾ ਹੀ ਹੈ ਨਾ। ਇਹ ਗੁਰਬਾਣੀ 'ਚ ਲਿਖਿਆ, ਨਾਨਕ ਤੇ ਨਰ ਅਸਲ ਖਰ। ਖੋਤਾ ਵੀ ਅਸਲੀ ਖੋਤਾ, ਮਹਾਰਾਜ ਕਹਿੰਦੇ ਨਾਨਕ ਤੇ ਨਰ ਅਸਲ ਖਰ। ਜੇ ਬਿਨ ਗੁਣ ਗਰਭ ਕਰੰਤ। ਗੁਣ ਕੋਈ ਨਹੀਂ, ਨਾ ਸੋਹਣਾ, ਨਾ ਸਿਆਣਾ, ਨਾ ਅਮੀਰ, ਨਾ ਪੜ੍ਹਿਆ ਲਿਖਿਆ, ਨਾ ਤਾਕਤਵਰ, ਨਾ ਕੋਈ ਮਾਣ ਪਦਵੀ, ਫਿਰ ਵੀ ਹੰਕਾਰ ਹੈ। ਤੇ ਸਤਿਗੁਰੂ ਦੀ ਬਾਣੀ ਕਹਿੰਦੀ ਹੈ ਤੇ ਅਸਲੀ ਖੋਤਾ ਹੈ। ਚਲੋ ਗੁਣ ਹੋਵੇ ਤੇ ਹੰਕਾਰ ਹੋਏਗਾ। ਸਰੀਰ ਵਿੱਚ ਬਾਹੂਬਲੀ ਹੋਵੇ, ਤਾਕਤ ਹੋਵੇ ਤੇ ਹੰਕਾਰ ਤੇ ਹੋਏਗਾ ਭਾਈ। ਕਿਸੇ ਕੋਲੇ ਉੱਚੀ ਪਦਵੀ ਹੋਏਗੀ ਤੇ ਹੰਕਾਰ ਤੇ ਹੋਏਗਾ ਹੀ। ਪਰ ਜਿਹਦੇ ਕੋਲੇ ਕੁਝ ਵੀ ਨਹੀਂ, ਅਗਰ ਉਹ ਹੰਕਾਰ ਕਰੇ ਤੇ ਉਹ ਖੋਤਾ ਹੈ। ਹੰਕਾਰ ਸੁਭਾਵਕ ਆਉਂਦਾ ਹੈ, ਅਸੀਂ ਮੁੱਲ ਖਰੀਦ ਕੇ ਨਹੀਂ ਲੈ ਕੇ ਆਉਂਦੇ। ਲੋੜ ਇਸ ਗੱਲ ਦੀ ਹੈ ਕਿ ਹੰਕਾਰ ਤੋਂ ਬਚਣਾ ਚਾਹੀਦਾ ਹੈ। ਇਹਨੇ ਸੁਤੇ ਭਾਵ ਤੁਹਾਡੇ ਘਰ ਆਉਣਾ ਹੈ, ਆਪਣੇ ਆਪ ਆਉਣਾ ਹੈ, ਬਿਨਾਂ ਬੁਲਾਏ ਆਉਣਾ ਹੈ। ਤੁਸੀਂ ਇਹਦੇ ਕੋਲੋਂ ਬਚਣਾ ਹੈ, ਨਹੀਂ ਤੇ ਕੀ ਹੋਏਗਾ? ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ। ਜਿਹੜਾ ਤੀਰਥਾਂ ਦੀ ਯਾਤਰਾ ਕਰੇਗਾ ਹੰਕਾਰੀ ਤੇ ਹੋਏਗਾ ਵੀ। ਜਿਹੜਾ ਲੱਖਾਂ ਕਰੋੜਾਂ ਦਾਨ ਕਰੇਗਾ ਹੰਕਾਰੀ ਤੇ ਉਹ ਵੀ ਹੋਏਗਾ। ਕਹੂਗਾ ਮੇਰੀ ਫੋਟੋ ਲਾਓ, ਉਹ ਤੇ ਕਹੂਗਾ ਇੱਥੇ ਨਾਂ ਲਿਖੋ ਮੇਰਾ ਮੰਦਿਰ ਦੇ ਉੱਤੇ, ਗੁਰਦੁਆਰੇ ਤੇ ਲਿਖ ਦਿਓ, ਪੱਖੇ ਤੇ ਹੀ ਲਿਖ ਦਿਓ, ਗੋਲਕ ਤੇ ਲਿਖ ਦਿਓ, ਹੋਰ ਨਹੀਂ ਤੇ ਪੈਰਾਂ ਵਾਲੇ ਪੱਥਰ ਤੇ ਹੀ ਲਿਖ ਦਿਓ। ਉਹ ਤੇ ਕਹੂਗਾ ਲਿਖੋ। ਕੋਈ ਵਰਤ ਰੱਖੇਗਾ ਤੇ ਹੰਕਾਰ ਤੇ ਕਰੇਗਾ ਹੀ। ਪਰ ਜੇ ਹੰਕਾਰ ਕਰ ਗਿਆ ਤੇ ਨਾਨਕ ਨੇਫਲ ਜਾਤ ਤੇ ਜੋ ਕੁੰਚਰ ਇਸ਼ਨਾਨ। ਤੇ ਫਿਰ ਇਹ ਸਮਝ ਲਓ ਵੀ ਦਾਨੀ ਦਾ ਦਾਨ, ਇਸ਼ਨਾਨੀ ਦਾ ਇਸ਼ਨਾਨ, ਤੇ ਵਰਤ ਰੱਖਣ ਵਾਲੇ ਦੇ ਵਰਤ, ਇਹ ਐਵੇਂ ਖਾਲੀ ਚਲੇ ਗਏ ਜਿਵੇਂ ਕਹਿੰਦੇ ਹਾਥੀ ਨੇ ਨਹਾ ਲਿਆ। ਹੁਣ ਤੁਹਾਨੂੰ ਹਾਥੀ ਦੇ ਸੁਭਾਅ ਬਾਰੇ ਜ਼ਰੂਰ ਸਮਝਣਾ ਪਏਗਾ ਵੀ ਹਾਥੀ ਦੇ ਨਹਾਉਣ ਦਾ ਕੀ ਮਤਲਬ ਹੋਇਆ। ਇੱਥੋਂ ਤੱਕ ਵੀ ਮੰਨਿਆ ਜਾਂਦਾ ਵੀ ਹਾਥੀ ਜੰਗਲ ਦਾ ਜੀਵ ਨਹੀਂ ਹੈ, ਪਾਣੀ ਦਾ ਜੰਤੂ ਹੈ। ਜਿਵੇਂ ਆਪਾਂ ਕਹਿੰਦੇ ਨਾ ਵੀ ਬੰਦਾ ਬਾਂਦਰ ਤੋਂ ਡਿਵੈਲਪ ਹੋਇਆ ਹੈ। ਸਾਰੀ ਸਾਇੰਸ ਵਿਗਿਆਨ ਇੱਥੇ ਹੀ ਖਲੋਤੀ ਹੈ ਕਿ ਬਾਂਦਰ ਤੋਂ ਬੰਦੇ ਦਾ ਵਿਕਾਸ ਹੋਇਆ ਹੈ। ਬਿਲਕੁਲ ਇਸੇ ਤਰ੍ਹਾਂ ਮੰਨਿਆ ਜਾਂਦਾ ਹੈ ਵੀ ਜਿਹੜਾ ਹਾਥੀ ਇਹ ਪਾਣੀ ਦਾ ਜੰਤੂ ਹੈ, ਬੜੇ ਸ਼ੌਕ ਨਾਲ ਨਹਾਉਂਦਾ ਹੈ, ਡੂੰਘੇ ਪਾਣੀ 'ਚ ਨਹਾਉਂਦਾ ਹੈ, ਘੰਟਿਆਂ ਬੱਧੀ ਨਹਾਉਂਦਾ ਹੈ। ਪਰ ਉਹਦੇ 'ਚ ਗਲਤੀ ਹੈ, ਘੰਟਿਆਂ ਬੱਧੀ ਨਹਾ ਕੇ ਵੀ ਜਦੋਂ ਕੰਢੇ ਤੇ ਆ ਜਾਏਗਾ ਨਾ ਪਾਣੀ ਦੇ, ਤਾਂ ਜਿਹੜਾ ਚਿੱਕੜ ਹੁੰਦਾ ਹੈ ਕਿਨਾਰੇ ਤੇ, ਉਹਦੀਆਂ ਸੁੰਡਾਂ ਭਰ ਭਰ ਕੇ ਆਪਣੇ ਉੱਤੇ ਫਿਰ ਸੁੱਟ ਲਏਗਾ, ਰਵੇਗਾ ਮੈਲੇ ਦਾ ਮੈਲਾ ਹੀ। ਉਹਦਾ ਘੰਟਿਆਂ ਬੱਧੀ ਨਹਾਤਾ ਸ਼ੌਕ ਵੀ ਜਿਹੜਾ ਹੈ ਉਹਨੂੰ ਸਾਫ਼ ਸੁਥਰਾ ਨਹੀਂ ਕਰਦਾ। ਇਸ ਕਰਕੇ ਹੰਕਾਰ ਨੇ ਸੁਭਾਵਕ ਆਉਣਾ ਹੈ, ਹਰ ਘਰ ਵਿੱਚ ਆਉਣਾ ਹੈ, ਹਰ ਬੰਦੇ ਕੋਲ ਆਉਣਾ ਹੈ। ਜ਼ਰੂਰਤ ਇਸ ਗੱਲ ਦੀ ਕਿ ਅਸੀਂ ਉਹਦੇ ਤੋਂ ਬਚੀਏ। ਇਸੇ ਕਰਕੇ ਗੁਰੂ ਨੌਵੇਂ ਪਾਤਸ਼ਾਹ ਦਾ ਉਪਦੇਸ਼ ਹੈ, ਸਾਧੋ ਮਨ ਕਾ ਮਾਨ ਤਿਆਗੋ। ਹਾਂਜੀ, ਖੇਸੂ ਪੇਸੂ ਔਰ ਹੈ ਨਹਿ ਗਿਨਤੀ ਤਿਨ ਕੋਏ। ਇਸ ਕਰਕੇ ਖੇਸੂ ਪੇਸੂ ਇਹ ਵੀ ਹੈਗੇ ਨੇ। ਗੋਪੀ ਚੰਦ, ਭਰਥਰੀ, ਘੁੱਗੂਨਾਥ, ਇਹ ਕੁਝ ਜੋਗੀ ਐਸੇ ਹੋਏ ਜਿਨ੍ਹਾਂ ਨੇ ਕੁਝ ਸਮਝਿਆ, ਬੋਲੇ ਕਈ ਬੋਲੇ ਕਈ ਨਹੀਂ ਬੋਲੇ। ਉਹਨਾਂ ਨੂੰ ਗੁਰੂ ਨਾਨਕ ਦੀ ਵਡਿਆਈ ਜ਼ਰੂਰ ਸਮਝ ਆਈ ਹੈ। ਹਾਂਜੀ, ਗੋਰਖ ਅਸ ਬਿਦ ਬਹਿਣ ਕਹੇ ਬੈਸੇ ਹੋ ਤੂਸ਼ਣ ਹੋਏ। ਇੰਨੇ ਬਚਨ ਕਰਕੇ ਜਿਹੜਾ ਜੋਗੀਆਂ ਦਾ ਗੁਰੂ ਗੋਰਖ ਸੀ ਉਹ ਫਿਰ ਚੁੱਪ ਕਰ ਗਿਆ। ਉਹਨੇ ਭਰਥਰੀ ਨੂੰ, ਉਹਨੇ ਮੰਗਲਨਾਥ ਨੂੰ ਇਜਾਜ਼ਤ ਦੇ ਦਿੱਤੀ ਕਿ ਤੂੰ ਜਾ,
ਕੀ ਕਰਨਾ ਹੈ ਇਹ ਹੁਣ ਤੇਰਾ ਆਪਣਾ ਵਿਵੇਕ ਹੈ, ਮੈਂ ਤੈਨੂੰ ਕੁਛ ਨਹੀਂ ਕਹਿੰਦਾ, ਜਿਵੇਂ ਤੂੰ ਚਾਹਵੇਂ ਉਵੇਂ ਕਰ ਸਕਦਾ ਹੈ। ਪਰ ਮੇਰੇ ਬੁਲਾਉਣ ਦਾ ਮਤਲਬ ਤੇ ਇੰਨਾ ਹੀ ਸੀਗਾ ਕਿ ਨਾਨਕ ਜੀ ਤਾਂ ਸਮੇਰ ਤੇ ਆਉਣ, ਸਮੇਰ ਪਰਬਤ ਤੇ, ਜੇ ਜੋਗੀਆਂ ਦਾ ਉਪਦੇਸ਼ ਲੈਣ, ਜੇ ਜੋਗੀਆਂ ਦੇ ਰਸਤੇ ਤੇ ਤੁਰਨ। ਹਾਂਜੀ, ਉਤ ਜੋ ਕਰਤ ਵਿਚਾਰ ਕੋ ਇਤ ਸ਼੍ਰੀ ਨਾਨਕ ਸੰਗ। ਇਹ ਉਤ ਜੋ ਕਰਤ ਵਿਚਾਰ ਕੋ ਇਤ ਸ਼੍ਰੀ ਨਾਨਕ ਸੰਗ। ਉਧਰ ਮੰਗਲਨਾਥ ਦੀ ਤੇ ਗੁਰੂ ਗੋਰਖ ਦੀ ਚਰਚਾ ਅਸੀਂ ਸੁਣੀ ਹੈ। ਹੁਣ ਕਵੀ ਜੀ ਕਹਿੰਦੇ ਭਾਈ ਦੂਜਾ ਪੱਖ ਵੀ ਸੁਣ ਲਓ। ਦੂਜੇ ਪਾਸੇ ਜਿਹੜਾ ਭਾਈ ਮਰਦਾਨਾ ਹੈ ਉਹ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਲ ਕੁਝ ਬਚਨ ਕਰਦਾ ਹੈ। ਹਾਂਜੀ, ਬੋਲਿਓ ਮਰਦਾਨਾ ਤਬੈ ਚੜੀਐ ਮੇਰ ਉਤੰਗ। ਭਾਈ ਮਰਦਾਨਾ ਜੀ ਕਹਿਣ ਲੱਗੇ ਬਾਬਾ ਕਾਹਦੇ ਲਈ ਬੈਠੇ ਆ, ਕਰੋ ਕਿਰਪਾ ਤੇ ਆਪਾਂ ਹੁਣ ਚੜੀਏ ਸਮੇਰ ਪਰਬਤ ਤੇ। ਕਿੰਨੀ ਕੁ ਦੇਰੀ ਹੋਰ ਹੈ, ਕਿੰਨਾ ਕੁ ਦੂਰ ਹੈ, ਚਲੋ ਵੇਖੀਏ ਤੇ ਸਹੀ ਸਮੇਰ ਪਰਬਤ ਹੈ ਕਿਹੋ ਜਿਹਾ ਹੈ। ਹਾਂਜੀ, ਕਿਤਕ ਕਾਲ ਅਵਲੋਕੀਐ ਗਮਨਹਿ ਬਹੁਰ ਸਮੇਰ। ਸਤਿਗੁਰੂ ਜੀ ਕਹਿਣ ਲੱਗੇ ਮਰਦਾਨਿਆ ਥੋੜਾ ਜਿਹਾ ਹੋਰ ਰੁਕ ਜਾ, ਫਿਰ ਆਪਾਂ ਚੱਲਦੇ ਆਂ, ਫਿਰ ਅਵਲੋਕਦੇ ਆਂ। ਅਵਲੋਕਣ ਤੋਂ ਅਰਥ ਹੁੰਦਾ ਹੈ ਵੇਖਣਾ। ਫਿਰ ਆਪਾਂ ਚੱਲ ਕੇ ਵੇਖਦੇ ਆਂ ਵੀ ਸਮੇਰ ਪਰਬਤ ਕੈਸਾ ਹੈ। ਹਾਂਜੀ, ਰਹੇ ਸਿੱਧ ਆਵਣ ਕਛੂ ਬਾਦਹਿ ਮਾਨ ਕਨੇਰ। ਥੋੜੇ ਜੇ ਜੋਗੀ ਹੋਰ ਆਉਣਗੇ, ਉਹ ਵੀ ਆਪਣੀ ਚਰਚਾ ਕਰ ਲੈਣ, ਉਹਨਾਂ ਦਾ ਹੰਕਾਰ ਵੀ ਟੁੱਟ ਜਾਏ, ਆਪਾਂ ਫਿਰ ਚੱਲਾਂਗੇ। ਇਸ ਦੇ ਨਾਲ ਹੀ ਸਮਾਂ ਸਮਾਪਤ ਹੈ। ਸਤਿਗੁਰੂ ਕਿਰਪਾ ਕਰਨ। ਅਗਲੀ ਕਥਾ ਆਪਾਂ ਕੱਲ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।